ਵਾਹਿਗੁਰੂ ਸਾਹਿਬ ਜੀਓ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਈ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾਂ ਨਾਨਕ ਕਸਮਲ ਜਾਹੇ ਨਹਾਇਐ ਰਾਮਦਾਸ ਸਰ। ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਪਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀਓ। ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਤਾਰਨ ਗਗਨ ਨਵਖੰਡ ਮਹਿ, ਜੋਤ ਸਵਰੂਪੀ ਰਹਿਓ ਪਰ, ਪਣ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਣੇ ਸਹੁਰੇ ਪਿੰਡ ਮੌ ਨਗਰ ਵਿੱਚ ਗਏ, ਉਸ ਵੇਲੇ ਮਾਤਾ ਗੰਗਾ ਜੀ ਦੀ ਵੱਡੀ ਭੈਣ, ਜਿਸ ਦਾ ਨਾਮ ਹਰਹਾਂ ਇਤਿਹਾਸ ਵਿੱਚ ਲਿਖਿਆ ਹੋਇਆ ਹੈ, ਉਸ ਨੇ ਹੋਰ ਸਖੀਆਂ ਸਹੇਲੀਆਂ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਦਾ ਦਰ ਰੋਕਿਆ ਅਤੇ ਨਾਲ ਹੀ ਇਹ ਬੇਨਤੀ ਕੀਤੀ, ਇਹ ਦਰ ਤਾਂ ਖੁੱਲ੍ਹ ਸਕਦਾ ਹੈ, ਤੁਸੀਂ ਕੋਈ ਛੰਦ ਸੁਣਾਓ, ਕੋਈ ਕਵਿਤਾ ਸੁਣਾਓ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫੁਨਹੇ ਬਾਣੀ ਉਚਾਰਨ ਕੀਤੀ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਫੁਨਹੇ ਦਾ ਅਰਥ ਹੈ, ਫੁਨਹੇ ਬਾਣੀ ਦਾ ਨਾਮ ਹੈ। ਕਾਵ ਰਚਨਾ ਵਿੱਚ ਫੁਨਹੇ ਛੰਦ ਦਾ ਨਾਮ ਹੈ। ਫੁਣ ਦਾ ਅਰਥ ਹੁੰਦਾ ਹੈ ਪੁਨ੍ਹਾ ਪੁਨ੍ਹਾ, ਬਾਰ ਬਾਰ। ਉਹ ਛੰਦ, ਉਹ ਬਾਣੀ, ਉਹ ਕਵਿਤਾ ਜਿਸ ਦੇ ਵਿੱਚ ਬਾਰ ਬਾਰ ਕਿਸੇ ਸ਼ਬਦ ਨੂੰ ਦੁਹਰਾਇਆ ਜਾਵੇ, ਉਸ ਨੂੰ ਫੁਨਹਾ ਜਾਂ ਫੁਨਹੇ ਛੰਦ ਆਖਿਆ ਜਾਂਦਾ ਹੈ।
ਉਸ ਦੀਆਂ 9 ਪੌੜੀਆਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਰਹਿੰਦੀ ਬਾਣੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰੋ। ਹਰ ਹਾਂ ਜੋ ਮਾਤਾ ਗੰਗਾ ਜੀ ਦੀ ਵੱਡੀ ਭੈਣ ਸੀ, ਉਸਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੈਂ ਸੁਣਿਆ ਹੈ ਤੁਸੀਂ ਇੱਕ ਸ਼ਹਿਰ ਵਸਾਇਆ ਹੈ ਅਤੇ ਨਾਲ ਹੀ ਇੱਕ ਪਾਵਨ ਅੰਮ੍ਰਿਤਸਰ ਸਰੋਵਰ ਦੀ ਰਚਨਾ ਵੀ ਕੀਤੀ ਹੈ। ਮੈਨੂੰ ਉਹਦੇ ਬਾਰੇ ਦੱਸੋ। ਉਹ ਸ਼ਹਿਰ, ਉਹ ਸ਼੍ਰੀ ਹਰਿਮੰਦਰ ਸਾਹਿਬ ਕਿਹੋ ਜਿਹਾ ਹੈ? ਕੋਈ ਮਿਸਾਲ ਦਿਓ, ਕੋਈ ਉਦਾਹਰਣ ਦਿਓ, ਕੋਈ ਦ੍ਰਿਸ਼ਟਾਂਤ ਦਿਓ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ 10ਵਾਂ ਛੰਦ ਉਚਾਰਨ ਕੀਤਾ। ਆਪ ਸੰਗਤਾਂ ਪ੍ਰੇਮ ਦੇ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਰੱਬ ਦੇ ਘਰ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਸੰਬੋਧਨ ਕਰਕੇ ਆਖ ਰਹੇ ਨੇ, ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ। ਦੁਨੀਆ ਦੇ ਬਹੁਤ ਸੁੰਦਰ ਅਸਥਾਨ ਬਣੇ ਹੋਏ ਨੇ ਜਿਨ੍ਹਾਂ ਨੂੰ ਅਜੂਬਾ ਕਿਹਾ ਜਾਂਦਾ ਹੈ। ਅਜੂਬੇ ਤੋਂ ਭਾਵ ਉਹ ਅਸਥਾਨ ਜੋ ਦੁਨੀਆ ਦੇ ਵਿੱਚ ਪ੍ਰਸਿੱਧ ਹੋਣ, ਸੁੰਦਰ ਹੋਣ, ਜਿਨ੍ਹਾਂ ਵਰਗਾ ਹੋਰ ਕੋਈ ਨਾ ਹੋਵੇ, ਉਹਨੂੰ ਅਜੂਬਾ ਕਹਿੰਦੇ ਨੇ। ਪਰ ਸਭ ਤੋਂ ਵੱਡਾ ਅਜੂਬਾ ਇਸ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਟ ਕੀਤਾ। ਕੀ ਕਹਿੰਦੇ ਨੇ? ਐ ਸ਼੍ਰੀ ਹਰਿਮੰਦਰ ਸਾਹਿਬ, ਐ ਰੱਬ ਦੇ ਘਰ, ਡਿਠੇ ਸਭੇ ਥਾਮ ਨਹੀਂ ਤੁਧ ਜੇਹਿਆ। ਅਸੀਂ ਸਾਰੇ ਅਸਥਾਨ ਵੇਖੇ ਨੇ, ਤੀਰਥ ਅਸਥਾਨ ਵੀ ਦੇਖੇ ਨੇ, ਹਰਿਦੁਆਰ, ਪ੍ਰਯਾਗਰਾਜ, ਮੱਕਾ, ਮਦੀਨਾ, ਬਹੁਤ ਸਾਰੇ ਦੁਨੀਆ ਵਿੱਚ ਥਾਂ ਬਣੇ ਹੋਏ ਨੇ। ਸਾਰੇ ਥਾਂ ਅਸੀਂ ਵੇਖੇ ਨੇ, ਨਹੀਂ ਤੁਧ ਜੇਹਿਆ। ਪਰ ਤੇਰੇ ਵਰਗਾ, ਤੇਰੇ ਬਰਾਬਰ ਹੋਰ ਕੋਈ ਵੀ ਅਸਥਾਨ ਨਹੀਂ ਹੈ। ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਇਹ ਹੈ, ਬੱਧੋ ਪੁਰਖ ਵਿਧਾਤੈ, ਹੇ ਕਰਮ ਫਲ ਪ੍ਰਦਾਤਾ ਅਕਾਲ ਪੁਰਖ ਵਾਹਿਗੁਰੂ ਜੀ, ਇਸ ਘਰ ਨੂੰ ਤੁਸੀਂ ਆਪ ਬੰਨਿਆ ਹੈ। ਇੱਕ ਹਰਦਾਸ ਕਵੀ ਹੋਇਆ, ਉਸ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ ਲਿਖੀ ਹੈ। ਹਰੀ ਮੰਦਰ ਬੈਕੁੰਠ ਕੋ ਤੋਲਿਓ ਹਰ ਹਰਦਾਸ, ਹੌਰਾ ਗੌਰਾ ਸੋ ਧਰਨੀ ਰਹਿਓ, ਹੌਰਾ ਚੜ੍ਹਿਓ ਆਕਾਸ਼। ਇੱਕ ਰੱਬ ਦਾ ਘਰ ਅਰਸ਼ਾਂ ਦੇ ਵਿੱਚ ਹੈ, ਜਿਸ ਨੂੰ ਬੈਕੁੰਠ ਧਾਮ ਵੀ ਕਹਿ ਦਿੰਦੇ ਹਨ। ਅਤੇ ਇੱਕ ਦੁਨੀਆ ਦਾ ਸੱਚਖੰਡ ਹੈ ਸ਼੍ਰੀ ਹਰਿਮੰਦਰ ਸਾਹਿਬ। ਹਰਦਾਸ ਕਵੀ ਲਿਖਦਾ ਹੈ, ਜਿਹੜਾ ਗੌਰਾ ਸੀ, ਗੌਰਵਤਾ ਵਾਲਾ ਸੀ, ਜਿਹਦੀ ਅਜ਼ਮਤ, ਜਿਹਦੀ ਸ਼ਕਤੀ, ਜਿਹਦੀ ਕਰਾਮਾਤ, ਜਿਹਦੀ ਮਹਾਨ ਸ਼ਕਤੀ ਕਮਾਲ ਦੀ ਸੀ, ਉਹ ਇਸ ਧਰਤੀ 'ਤੇ ਰਹਿ ਗਿਆ। ਅਤੇ ਜਿਹੜਾ ਹੌਲਾ ਸੀ, ਜਿਹਦੀ ਗੌਰਵਤਾ ਘੱਟ ਸੀ, ਉਹ ਆਕਾਸ਼ ਵਿੱਚ ਚਲਿਆ ਗਿਆ। ਕਹਿਣ ਤੋਂ ਭਾਵ ਇਹ, ਸ਼੍ਰੀ ਹਰਿਮੰਦਰ ਸਾਹਿਬ ਵਰਗਾ ਹੋਰ ਕੋਈ ਦੂਸਰਾ ਅਸਥਾਨ ਨਹੀਂ। ਇਸ ਦਾ ਮੁੱਖ ਕਾਰਨ ਸਤਿਗੁਰੂ ਦੱਸਦੇ ਹਨ, ਇਹ ਉਸ ਅਕਾਲ ਪੁਰਖ ਨੇ ਆਪ ਆਪਣਾ ਘਰ ਬੰਨ੍ਹਿਆ ਹੈ, ਬਣਾਇਆ ਹੈ।
ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰ ਰਹੇ ਸਨ, ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਆਪ ਦੇਵਤਿਆਂ ਨੂੰ ਨਾਲ ਲੈ ਕੇ ਸੇਵਾ ਕਰਨ ਲਈ ਹਾਜ਼ਰ ਹੋਇਆ ਸੀ, ਜਿਸ ਦੀ ਪੁਖਤਾ ਗਵਾਹੀ ਹਾਜ਼ੂਰ ਨੇ ਆਪਣੀ ਬਾਣੀ ਵਿੱਚ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀ। ਸੰਤਾਂ ਕੀ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਉਹ ਸਥਾਨ ਹੈ ਜਿਸ ਦੀ ਸੇਵਾ ਟਹਿਲ ਵਾਹਿਗੁਰੂ ਨੇ ਆਪ ਕੀਤੀ। ਇਸੇ ਲਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤੇਰੇ ਵਰਗਾ ਹੋਰ ਕੋਈ ਦੁਨੀਆ ਵਿੱਚ ਅਸਥਾਨ ਨਹੀਂ। ਥਾਂ ਬਥੇਰੇ ਨੇ, ਸੋਹਣੇ ਵੀ ਬੜੇ ਨੇ, ਦੇਖੇ ਵੀ ਬਹੁਤ ਨੇ, ਪਰ ਤੇਰੇ ਵਰਗਾ ਹੋਰ ਕੋਈ ਅਸਥਾਨ ਨਜ਼ਰ ਨਹੀਂ ਆਇਆ। ਕਿਉਂ? ਤੈਨੂੰ ਉਸ ਅਕਾਲ ਪੁਰਖ ਨੇ, ਉਸ ਪੁਰਖ ਵਿਧਾਤਾ ਨੇ ਆਪ ਬੰਨ੍ਹਿਆ ਹੈ, ਆਪ ਸਿਰਜਿਆ ਹੈ, ਆਪ ਬਣਾਇਆ ਹੈ, ਤਾਂ ਤੂੰ ਸੋਹਿਆ। ਇਸੇ ਲਈ ਤੂੰ ਸਭ ਤੋਂ ਵੱਧ ਫਬਿਆ ਹੋਇਆ, ਸਭ ਤੋਂ ਵੱਧ ਸੁਭਾਇਮਾਨ ਹੋ ਰਿਹਾ ਹੈ। ਵਸਦੀ ਸਗਨ ਅਪਾਰ, ਅਨੂਪ ਰਾਮਦਾਸਪੁਰ। ਪੁਰਾਣੇ ਸਮੇਂ ਵਿੱਚ ਸੰਘਣੀ ਆਬਾਦੀ ਵੀ ਸੁੰਦਰਤਾ ਦਾ ਕਾਰਨ ਮੰਨੀ ਜਾਂਦੀ ਸੀ। ਹਾਜ਼ੂਰ ਕਹਿੰਦੇ ਨੇ, ਐ ਰਾਮਦਾਸਪੁਰ ਹੁਣ ਇਹ ਸ਼ਹਿਰ ਦੀ ਸੋਭਾ ਹੈ। ਗੁਰੂ ਰਾਮਦਾਸ ਮਹਾਰਾਜ ਨੇ ਪੁਰ ਇਸ ਨਗਰ ਨੂੰ ਆਬਾਦ ਕੀਤਾ ਸੀ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਸੀ, ਜਦੋਂ ਉਹ ਸੇਵਾ ਕਰਵਾ ਰਹੇ ਸਨ, ਉਸ ਵੇਲੇ ਸੰਗਤਾਂ ਦੇ ਵਿੱਚ ਇਸ ਸ਼ਹਿਰ ਦਾ ਨਾਮ, ਜਿਹਨੂੰ ਅੱਜ ਕੱਲ੍ਹ ਸੰਗਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਨਾਮ ਦੇ ਨਾਲ ਯਾਦ ਕਰਦੀਆਂ ਹਨ, ਰਾਮਦਾਸਪੁਰ ਕਹਿੰਦੀਆਂ ਸਨ, ਜੋ ਇਸ ਬਾਣੀ ਦੇ ਪ੍ਰਮਾਣ ਤੋਂ ਸਿੱਧ ਹੁੰਦਾ। ਵਸਤੀ ਸਗਨੇ ਅਪਾਰ ਅਨੂਪ ਰਾਮਦਾਸਪੁਰ। ਕਿਉਂ? ਇਸ ਨਗਰ ਨੂੰ ਵੀ ਗੁਰੂ ਰਾਮਦਾਸ ਮਹਾਰਾਜ ਨੇ ਹੀ ਵਸਾਇਆ ਸੀ। ਅੰਮ੍ਰਿਤਸਰ ਸਿਫਤੀ ਦਾ ਘਰ, ਅਨੂਪ ਉਪਮਾ ਤੋਂ ਰਹਿਤ, ਬਹੁਤ ਸੁੰਦਰ ਹੈ। ਬਸਤੀ ਸਗਨਾ ਅਪਾਰ, ਸ਼ਹਿਰ ਦੀ ਜਿਹੜੀ ਆਬਾਦੀ ਹੈ ਬਹੁਤ ਸੰਘਣੀ ਵਾਸੀ ਹੈ। ਹੁਣ ਵੀ ਤੁਸੀਂ ਜਦੋਂ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਜਾਂਦੇ ਹੋ, ਬਹੁਤ ਸੰਘਣੀ ਆਬਾਦੀ ਹੈ। ਜਿਹੜਾ ਪੁਰਾਣਾ ਸ਼ਹਿਰ ਹੈ ਉਹਦੇ ਵਿੱਚ ਬਹੁਤ ਭੀੜੀਆਂ ਗਲੀਆਂ ਨੇ, ਜਿਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ। ਹੁਣ ਤਾਂ 1984 ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਲੇ ਦੁਆਲੇ ਗਲਿਆਰਾ ਸਕੀਮ ਬਣਾ ਕੇ ਉਸ ਅਸਥਾਨ ਨੂੰ ਖੁੱਲ੍ਹਾ ਕੀਤਾ ਗਿਆ ਹੈ। ਕਈ ਨਵੀਆਂ ਬਿਲਡਿੰਗਾਂ ਬਣਾਈਆਂ ਗਈਆਂ, ਕਈ ਪੁਰਾਣੀਆਂ ਢਾਈਆਂ ਗਈਆਂ। ਹੁਣ ਤਾਂ ਨਕਸ਼ਾ ਬਦਲਿਆ ਹੋਇਆ, ਪਰ ਫਿਰ ਵੀ ਜਿਹੜਾ ਪੁਰਾਣਾ ਸ਼ਹਿਰ ਹੈ ਉਸ ਦੀ ਆਬਾਦੀ ਸੰਘਣੀ ਹੁਣ ਵੀ ਦੇਖਣ ਨੂੰ ਮਿਲਦੀ ਹੈ। ਹਾਜ਼ੂਰ ਕਹਿੰਦੇ ਨੇ, ਬਸਤੀ ਸਗਨੇ ਅਪਾਰ ਅਨੂਪ ਰਾਮਦਾਸਪੁਰ। ਇਹ ਉਪਮਾ ਤੋਂ ਰਹਿਤ ਗੁਰੂ ਰਾਮਦਾਸ ਮਹਾਰਾਜ ਦੇ ਬਣਾਏ ਇਸ ਪੁਰ ਸ਼ਹਿਰ ਨਗਰ ਦੀ ਜਿਹੜੀ ਵਸਦੀ ਹੈ, ਆਬਾਦੀ ਹੈ, ਬਹੁਤ ਸੰਘਣੀ ਹੈ। ਬਹੁਤ ਉੱਚੇ ਉੱਚੇ ਘਰ ਨੇ, ਭੀੜੀਆਂ ਭੀੜੀਆਂ ਗਲੀਆਂ ਨੇ, ਅਤੇ ਸੰਗਤਾਂ ਦੀ ਵੀ ਰੌਣਕ ਬੇਅੰਤ ਹੁੰਦੀ ਹੈ। ਹਰ ਹਾਂ ਨਾਨਕ ਕਸਮਲ ਜਾਹੇ, ਨਹਾਇਐ ਰਾਮਦਾਸ ਸਰ। ਹਰ ਹਾਂ ਮਾਤਾ ਗੰਗਾ ਜੀ ਦੀ ਭੈਣ ਦਾ ਨਾਮ ਸੀ। ਹਰ ਹਾਂ ਹੇ ਸਖੀ, ਹੇ ਭਾਈ, ਇਹ ਵੀ ਅਰਥ ਕੀਤਾ ਜਾਂਦਾ ਹੈ। ਹਰ ਹਾਂ ਨਾਨਕ ਕਸਮਲ ਜਾਹੇ, ਨਹਾਇਐ ਰਾਮਦਾਸ ਸਰ। ਰਾਮਦਾਸਪੁਰ ਇਹ ਸ਼ਹਿਰ ਦਾ ਪਹਿਲਾ ਨਾਮ ਸੀ। ਸਰੋਵਰ ਦਾ ਨਾਮ ਸੀ ਰਾਮਦਾਸ ਸਰ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਇਸ ਨੂੰ ਪਹਿਲਾਂ ਖੁਦਵਾਇਆ ਸੀ, ਜਿਸ ਦੀ ਪੁਖਤਾ ਗਵਾਹੀ ਭਾਈ ਗੁਰਦਾਸ ਜੀ ਨੇ ਦਿੱਤੀ ਹੈ। ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵੇ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹੋ, ਰਾਮਦਾਸ ਸਤਿਗੁਰੂ ਕਹਾਵੈ। ਇਹ ਗੁਰੂ ਰਾਮਦਾਸ ਮਹਾਰਾਜ ਨੇ ਜੋ ਸਰੋਵਰ ਬਣਾਇਆ ਹੈ, ਹਰ ਹਾਂ ਹੇ ਭਾਈ ਹੇ ਸਖੀ, ਇਹਦੇ ਵਿੱਚ ਇਸ਼ਨਾਨ ਕੀਤਿਆਂ ਕਸਮਲ ਜਾਹੇ, ਅਨੇਕਾਂ ਤਰ੍ਹਾਂ ਦੇ ਪਾਪ ਨਾਸ ਹੋ ਜਾਂਦੇ ਨੇ। ਗੁਰਬਾਣੀ ਵਿੱਚ ਹੋਰ ਵੀ ਬੇਅੰਤ ਥਾਵਾਂ 'ਤੇ
ਇਸ ਰਾਜ ਤੀਰਥ ਦੀ ਮਹਿਮਾ ਲਿਖੀ ਹੈ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੈ ਕੀਨੇ ਦਾਨਾ। ਇਸੇ ਲਈ ਹਜੂਰ ਕਹਿੰਦੇ ਨੇ ਰਾਮਦਾਸ ਸਰੋਵਰ ਨਹਾਤੇ, ਸਭ ਲਾਥੇ ਪਾਪ ਕਮਾਤੇ। ਬੇਅੰਤ ਐਸੇ ਸ਼ਬਦ ਹਜ਼ੂਰ ਨੇ ਉਚਾਰਨ ਕੀਤੇ ਹਨ। ਇਹ ਤੇ ਬੈਰੂਨੀ ਅਰਥ ਹੈ। ਗੁਰੂ ਮਹਾਰਾਜ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੀ ਮਹਿਮਾ ਅਤੇ ਨਾਲ ਹੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਇਸ ਪਾਵਨ ਬਾਣੀ ਵਿੱਚ ਉਚਾਰਨ ਕੀਤੀ ਹੈ। ਹੁਣ ਇਹਦਾ ਅੰਤਰੀ ਭਾਵ ਕੀ ਹੈ? ਸਤ ਸੰਗਤ ਦੀ ਮਹਿਮਾ ਹੈ, ਕਿਉਂਕਿ ਵਿੱਚ ਸੰਗਤ ਹਰ ਭਰਾ ਵਸੈ ਜੀਓ। ਸੰਗਤ ਵਿੱਚ ਅਕਾਲ ਪੁਰਖ ਵਸਦਾ ਹੈ। ਸਾਧ ਸੰਗ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰ। ਸਾਧ ਸੰਗਤ ਹੀ ਸੱਚਖੰਡ ਹੈ, ਰੱਬ ਦਾ ਘਰ ਹੈ। ਸੱਚਖੰਡ ਵਸੈ ਨਿਰੰਕਾਰ, ਉਹਦੀ ਮਹਿਮਾ ਉਚਾਰਨ ਕਰਦੇ ਹਨ। ਹਜੂਰ ਕਹਿੰਦੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਇਹ ਸਤ ਸੰਗਤ ਥਾਂ ਬਹੁਤ ਦੇਖੇ ਨੇ, ਤੀਰਥ ਬੜੇ ਨੇ, ਪਰ ਜਿਹੜੀ ਸੰਗਤ ਹੈ ਇਹ ਜੰਗਮ ਤੀਰਥ ਹੈ। ਤੇਰੇ ਵਰਗਾ ਸਤ ਸੰਗਤ ਵਰਗਾ ਹੋਰ ਕੋਈ ਤੀਰਥ ਨਹੀਂ ਹੋ ਸਕਦਾ। ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਕਿਉਂ? ਉਸ ਅਕਾਲ ਪੁਰਖ ਨੇ ਤੈਨੂੰ ਆਪ ਬੰਨਿਆ। ਇਹ ਸਤ ਸੰਗਤ ਦੀ ਮਹਿਮਾ ਹੋ ਰਹੀ ਹੈ। ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਤਾਂ ਹੀ ਤੂੰ ਸੁਭਾਏਮਾਨ ਹੋ ਰਿਹਾ ਹੈ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਰਾਮ ਦੇ ਦਾਸਾਂ ਦਾ ਪੁਰ ਸਤ ਸੰਗਤ ਹੈ, ਜਿੱਥੇ ਰੱਬ ਦੇ ਪਿਆਰੇ ਮਹਾਂਪੁਰਖ ਨਿਵਾਸ ਕਰਦੇ ਨੇ। ਉਹ ਜਿਹੜਾ ਰਾਮਦਾਸਪੁਰ ਸਤ ਸੰਗਤ ਰੂਪੀ ਆਪ ਜੀ ਦਾ ਘਰ ਹੈ, ਅਨੂਪ ਉਪਮਾ ਤੋਂ ਰਹਿਤ ਹੈ। ਵਸਦੀ ਸਗਨ ਅਪਾਰ, ਇੱਥੇ ਜਿਹੜੀ ਆਬਾਦੀ ਬਹੁਤ ਸੰਘਣੀ ਵਸ ਰਹੀ ਹੈ। ਜਿਵੇਂ ਗੁਰਬਾਣੀ ਵਿੱਚ ਇੱਕ ਪ੍ਰਮਾਣ ਆਉਂਦਾ ਹੈ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧ ਮਖੀਰਾ। ਜਿਵੇਂ ਸ਼ਹਿਦ ਨੂੰ ਮੱਖੀਆਂ ਚਿੰਬੜੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਜਦੋਂ ਕੋਈ ਵੱਡਾ ਸਮਾਗਮ ਹੁੰਦਾ ਹੈ, ਕੋਈ ਸ਼ਤਾਬਦੀ ਆਉਂਦੀ ਹੈ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਇਕੱਤਰ ਹੁੰਦੀਆਂ ਨੇ। ਇਸੇ ਲਈ ਜਿੱਥੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਅੰਦਰ ਸੰਘਣੀ ਆਬਾਦੀ ਹੈ, ਉੱਥੇ ਖਾਸ ਸਮਿਆਂ 'ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ ਐਸੀ ਰੌਣਕ ਬਣਦੀ ਹੈ, ਉੱਥੇ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਬਚਦੀ। ਇਸੇ ਲਈ ਸਾਧ ਸੰਗਤ ਦੀ ਮਹਿਮਾ ਵੀ ਸਤਿਗੁਰੂ ਨਾਲ ਹੀ ਉਚਾਰਨ ਕਰਦੇ ਹਨ। ਜਿੱਥੇ ਬੇਅੰਤ ਸੰਗਤਾਂ ਦੀ ਸੰਘਣੀ ਆਬਾਦੀ ਇਕੱਤਰ ਹੁੰਦੀ ਹੈ ਅਤੇ ਸਾਰੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਤੇ ਨਮਸਤਕ ਹੁੰਦੇ ਨੇ। ਹਰਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਰਾਮ ਦੇ ਦਾਸਾਂ ਦਾ ਸਰ ਸਰੋਵਰ ਵੀ ਸਾਧ ਸੰਗਤ ਹੈ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਜਦੋਂ ਸਾਧ ਸੰਗਤ ਵਿੱਚ ਆ ਕੇ ਕੋਈ ਗੁਰਮੁਖ ਪਿਆਰਾ ਇਸ਼ਨਾਨ ਕਰਦਾ, ਨਹਾਇਆ ਰਾਮਦਾਸ ਸਰ। ਸਾਧ ਸੰਗਤ ਵਿੱਚ ਇਸ਼ਨਾਨ ਕੀ ਕਰਨਾ ਹੈ? ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਪਹਿਲਾਂ ਬਾਣੀ ਉਪਦੇਸ਼ ਨੂੰ ਸੁਣਨਾ, ਫਿਰ ਉਸ ਨੂੰ ਕਮਾਉਣਾ, ਫਿਰ ਉਹਨੂੰ ਆਪਣੇ ਹਿਰਦੇ ਵਿੱਚ ਵਸਾਉਣਾ। ਇਹ ਇਸ਼ਨਾਨ ਹੈ ਸਤ ਸੰਗਤ ਦਾ। ਐਸਾ ਇਸ਼ਨਾਨ ਕਰਨ ਦੇ ਨਾਲ ਹਰਹਾ ਨਾਨਕ ਕਸਮਲ ਜਾਹੇ। ਹੇ ਭਾਈ, ਮਨੁੱਖ ਦੇ ਕੀਤੇ ਹੋਏ ਅਨੇਕਾਂ ਪਾਪ ਨਾਸ ਹੋ ਜਾਂਦੇ ਨੇ। ਕਹਿੰਦੇ ਨੇ ਤੀਰਥਾਂ 'ਤੇ ਨਹਾ ਕੇ ਪਾਪ ਲੈਂਦੇ ਨੇ, ਪਰ ਸਤ ਸੰਗਤ ਰੂਪੀ ਤੀਰਥ ਵਿੱਚ ਨਹਾਤਿਆਂ ਵੀ ਇਹ ਸਾਰੇ ਪਾਪ ਲੈ ਜਾਂਦੇ ਹਨ। ਚਾਤ੍ਰਿਕ ਚਿੱਤ ਸੋ ਚਿੱਤ, ਸੋ ਸਾਜਨ ਚਾਹੀਐ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਇਸ ਜੀਵ ਇਸਤਰੀ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਐਸਾ ਪ੍ਰੇਮ ਹੋਣਾ ਚਾਹੀਦਾ ਹੈ। ਚਾਤ੍ਰਿਕ ਚਿੱਤ ਸੁਚਿਤ ਸੁਸਾਜਨ ਚਾਹੀਏ। ਜਿਵੇਂ ਚਾਤ੍ਰਿਕ ਪਪੀਹਾ ਪੰਛੀ ਚਿੱਤ ਸੁਚਿਤ ਸੁਚੇਤ ਚਿੱਤ ਹੋ ਕੇ, ਭਾਵ ਸਾਵਧਾਨ ਹੋ ਕੇ ਦਿਨ ਰਾਤ ਜਾਗਦਾ ਹੈ ਅਤੇ ਪ੍ਰਿਓ ਪ੍ਰਿਓ ਉਚਾਰਨ ਕਰਦਾ। ਸੋ ਸਾਜਨ ਚਾਹੀਏ। ਜਿਵੇਂ ਪਪੀਹਾ ਪੰਛੀ ਸੁਚੇਤ ਚਿੱਤ ਹੋ ਕੇ ਸਵੰਤੀ ਬੂੰਦ ਲਈ ਦਿਨ ਰਾਤ ਪੁਕਾਰਦਾ ਹੈ,
ਸੋ ਸਾਜਨ ਚਾਹੀਆ ਸੋ ਭਲੀ ਪ੍ਰਕਾਰ। ਇਸੇ ਤਰ੍ਹਾਂ ਉਹ ਸੱਜਣ ਦੇ ਦਰਸ਼ਨਾਂ ਦੀ ਤਾਂਘ ਤੇ ਤੜਪ ਸਾਡੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ। ਜਿਸ ਸੰਗ ਲਾਗੇ ਪ੍ਰਾਣ ਤਿਸੈ ਕੋ ਆਹੀਐ। ਲੋ, ਜਿਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡੇ ਪ੍ਰਾਣ ਲੱਗੇ ਹੋਏ ਨੇ, ਭਾਵ ਸਾਡਾ ਜੀਵਨ, ਸਾਡੀ ਜ਼ਿੰਦਗੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਦ ਹੈ, ਜਿਹਦੇ ਨਾਲ ਸਾਡੀ ਜ਼ਿੰਦਗੀ, ਸਾਡੇ ਸਵਾਸ ਜੁੜੇ ਹੋਏ ਨੇ। ਤਿਸ ਕੋ ਆਹੀ ਹੈ, ਵੀ ਉਸ ਨੂੰ ਹਰ ਵੇਲੇ, ਆਹੀ ਹੈ ਦਾ ਅਰਥ ਹੈ ਲੋੜਨਾ ਚਾਹੀਦਾ, ਭਾਵ ਹਰ ਵੇਲੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ, ਬੇਨਤੀਆਂ, ਜੋਦੜੀਆਂ ਕਰਨੀਆਂ ਚਾਹੀਦੀਆਂ ਨੇ, ਅਤੇ ਨਾਲ ਹੀ ਹਰ ਵੇਲੇ ਉਹਦੇ ਚਰਨਾਂ ਦੇ ਵਿੱਚ ਸ਼ਰਧਾ ਭਾਵਨਾ, ਸਿੱਖਤਾ ਪ੍ਰਗਟਾਵਾ ਕਰਨਾ ਚਾਹੀਦਾ ਹੈ ਕਿ ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਸਾਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕਰੋ। ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਸਵੰਤੀ ਬੂੰਦ ਦੇ ਜਲ ਵਾਸਤੇ ਉਹ ਪਪੀਹਾ ਪੰਛੀ ਬੜਾ ਉਦਾਸ ਹੋ ਕੇ ਜੰਗਲਾਂ ਦੇ ਵਿੱਚ ਢੂੰਡਦਾ ਫਿਰਦਾ। ਇਸੇ ਤਰ੍ਹਾਂ ਜਿਹੜਾ ਜਗਿਆਸੂ ਦਾ ਚਿੱਤ ਰੂਪੀ ਚਾਤਰਕ ਹੈ, ਉਹ ਵੀ ਵਾਹਿਗੁਰੂ ਦੇ ਦਰਸ਼ਨਾਂ ਰੂਪੀ ਸਵੰਤੀ ਬੂੰਦ ਨੂੰ, ਅਥਵਾ ਜਿਹੜਾ ਆਤਮਿਕ ਆਨੰਦੀ ਸਵੰਤੀ ਬੂੰਦ ਨੂੰ, ਬੂੰਦ ਜਲ ਕਾਰਣੇ, ਉਦਾਸ ਹੋ ਕੇ ਬਣਾ ਦੇ ਵਿੱਚ ਢੂੰਡਦਾ ਫਿਰਦਾ ਹੈ। ਬਣ ਤੋਂ ਭਾਵ ਸੰਸਾਰ ਦੀ ਹੈ। ਬਣ ਤੋਂ ਭਾਵ ਜਿਹੜੇ ਜੰਗਲ ਦੇ ਹਿੱਸੇ ਨੇ, ਬਿੰਦਰਾ ਬਨ ਆਦਿਕ, ਕਦਲੀ ਬਨ ਆਦਿਕ, ਉਹਨਾਂ ਦੇ ਵਿੱਚ ਇਹ ਢੂੰਡਦਾ ਫਿਰਦਾ। ਬਨ ਫਿਰ ਤੋਂ ਉਦਾਸ ਬੂੰਦ ਜਲ ਕਾਰਣੇ, ਜਿਹੜਾ ਗੁਰਮੁਖ ਦਾ ਚਿੱਤ ਹੈ, ਉਹ ਨਾਮ ਦੀ ਸਵੰਤੀ ਬੂੰਦ ਵਾਸਤੇ ਵੀ ਬਣਾ ਦੇ ਵਿੱਚ ਉਦਾਸ ਹੋਇਆ ਭਟਕਦਾ ਫਿਰਦਾ ਹੈ। ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ। ਹਰ ਹਾਂ, ਹੇ ਸਖੀ, ਹੇ ਭਾਈ, ਇਸੇ ਤਰ੍ਹਾਂ ਅਸੀਂ ਵਾਹਿਗੁਰੂ ਦੇ ਦਰ ਤੋਂ, ਵਾਹਿਗੁਰੂ ਦੇ ਦਾਸ ਬਣ ਕੇ ਨਾਮ ਦਾ ਦਾਨ ਮੰਗਦੇ ਹਾਂ। ਨਾਨਕ ਬਲਿਹਾਰਣੇ, ਤੇ ਨਾਲ ਹੀ ਅਸੀਂ ਉਸ ਵਾਹਿਗੁਰੂ ਤੋਂ, ਉਸ ਦੇ ਨਾਮ ਤੋਂ ਕੁਰਬਾਨ ਜਾਂਦੇ ਹਾਂ। ਮਿਤ ਕਾ ਚਿਤ ਅਨੂਪ ਮਰਮ ਨਾ ਜਾਨੀਐ। ਉਸ ਮਿੱਤਰ ਅਕਾਲ ਪੁਰਖ ਵਾਹਿਗੁਰੂ ਦਾ ਚਿੱਤ ਅਨੂਪ ਬਹੁਤ ਸੋਹਣਾ ਹੈ, ਬਹੁਤ ਸੁੰਦਰ ਹੈ। ਮਰਮ ਨਾ ਜਾਨੀਐ, ਉਸ ਵਾਹਿਗੁਰੂ ਦੇ ਦਿਲ ਦਾ ਭੇਤ ਨਹੀਂ ਜਾਣਿਆ ਜਾ ਸਕਦਾ। ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ। ਇਸੇ ਲਈ ਹਾਜੂਰ ਕਹਿੰਦੀ, ਉਸ ਮਿੱਤਰ ਵਾਹਿਗੁਰੂ ਦਾ ਚਿੱਤ ਬਹੁਤ ਸੋਹਣਾ ਹੈ, ਬਹੁਤ ਸੁੰਦਰ ਹੈ, ਉਹਦੇ ਦਿਲ ਦੇ ਭੇਤ ਨੂੰ ਨਹੀਂ ਜਾਣਿਆ ਜਾ ਸਕਦਾ। ਗਾਹਕ ਗੁਣੀ ਅਪਾਰ ਸੋ ਤਤ ਪਛਾਨੀਐ। ਹਾਂ, ਜਿਹੜੇ ਉਸ ਵਾਹਿਗੁਰੂ ਦੇ ਗੁਣਾਂ ਦੇ ਗ੍ਰਾਹਕ ਨੇ, ਗੁਰਮੁਖ ਜਨ, ਜਗਿਆਸੂ। ਅਪਾਰ ਦਾ ਅਰਥ ਹੈ ਬੇਅੰਤ ਗੁਣਾਂ ਦੇ ਮਾਲਕ, ਉਸ ਵਾਹਿਗੁਰੂ ਦੇ ਸ਼ੁਭ ਗੁਣਾਂ ਦੇ ਗ੍ਰਾਹਕ, ਜੋ ਰੱਬ ਦੇ ਪਿਆਰੇ ਸੰਤ ਮਹਾਂਪੁਰਖ ਹਨ। ਸੋ ਤਤ ਪਛਾਨੀਐ, ਉਹ ਅਸਲੀ ਉਸ ਵਾਹਿਗੁਰੂ ਦੇ ਤਤ ਸਿਧਾਂਤ ਨੂੰ, ਉਹਦੇ ਤਾਤ ਪਰਜ ਨੂੰ, ਉਹਦੇ ਅੰਦਰਲੇ ਗੁੱਝੇ ਭੇਤ ਨੂੰ ਪਛਾਣਦੇ ਹਨ। ਚਿੱਤ ਹੈ ਚਿੱਤ ਸਮਾਏ ਤਾ ਹੋਵੇ ਰੰਗ ਘਣਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਇਹ ਭਾਈ, ਜਦੋਂ ਗੁਰਮੁਖ ਦਾ ਚਿੱਤ ਉਸ ਵਾਹਿਗੁਰੂ ਚੇਤਨ ਸਰੂਪ ਦੇ ਵਿੱਚ ਸਮਾ ਜਾਂਦਾ ਹੈ, ਚਿੱਤੈ ਚਿੱਤ ਸਮਾਏ, ਗੁਰਮੁਖ ਦਾ ਚਿੱਤ ਉਸ ਚੇਤਨ ਸਰੂਪ ਵਾਹਿਗੁਰੂ ਵਿੱਚ ਜਦੋਂ ਅਭੇਦ ਹੋ ਜਾਂਦਾ ਹੈ, ਤਾਂ ਹੋਵੇ ਰੰਗ ਘਣਾ, ਫਿਰ ਉਸ ਨੂੰ ਬਹੁਤਾ ਰੰਗ ਚੜ੍ਹਦਾ ਹੈ। ਉਹ ਰੰਗ ਕਿਹੜਾ ਹੈ? ਉਹ ਹੈ ਨਾਮ ਦਾ ਰੰਗ, ਬਾਣੀ ਦਾ ਰੰਗ, ਭਗਤੀ ਦਾ ਰੰਗ, ਪ੍ਰੇਮ ਦਾ ਰੰਗ ਉਸ ਨੂੰ ਬਹੁਤਾ ਚੜ੍ਹਦਾ ਹੈ। ਹਰ ਹਾਂ ਚੰਚਲ ਚੋਰ ਹੈ ਮਾਰ ਤਾ ਪਾਵਹਿ ਸੱਚ ਧਨਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਹਾਂ ਹੇ ਸਖੀ ਚੰਚਲ ਚੋਰ ਹੈ ਮਾਰ। ਇਹ ਜਿਹੜਾ ਸਾਡਾ ਮਨ ਬੜਾ ਚੰਚਲ ਹੈ ਅਤੇ ਨਾਲ ਚੋਰ ਵੀ ਹੈ। ਇਹ ਮਨ ਚੋਰ ਵੀ ਹੈ ਅਤੇ ਚਤਰ ਵੀ, ਚਲਾਕ ਵੀ ਬੜਾ ਹੈ। ਇਹਨੂੰ ਮਾਰਨਾ ਪਵੇਗਾ। ਹੇ ਭਾਈ, ਜਦੋਂ ਇਸ ਚੋਰ ਅਤੇ ਚਤਰ ਮਨ ਨੂੰ ਅਸੀਂ ਮਾਰ ਦੇਵਾਂਗੇ,
ਮਨ ਦੀ ਮੌਤ ਕੀ ਹੈ? ਜਦੋਂ ਮਨ ਦੇ ਸੰਕਲਪ ਵਿਕਲਪ ਅਭਾਵ ਹੋ ਜਾਂਦੇ ਨੇ, ਫਿਰ ਮਨ ਦੀ ਮੌਤ ਹੋ ਜਾਂਦੀ। ਵਿਦਾਂਤੀਆਂ ਨੇ ਮੰਨਿਆ ਹੈ ਸੰਕਲਪੋ ਵਿਕਲਪੋ ਹੀ ਮਨਾ। ਮਨ ਦਾ ਸਰੂਪ ਸੰਕਲਪ ਵਿਕਲਪ ਨੇ। ਜਦੋਂ ਸੰਕਲਪ ਵਿਕਲਪ ਅਭਾਵ ਹੋ ਜਾਂਦੇ ਨੇ, ਮਨ ਦੀ ਮੌਤ ਹੋ ਜਾਂਦੀ ਹੈ। ਜਿਵੇਂ ਸਾਡਾ ਸਰੀਰਕ ਜੀਵਨ ਸਵਾਸਾਂ ਦੇ ਆਸਰੇ ਹੈ, ਮਨ ਦਾ ਜੀਵਨ ਸੰਕਲਪਾਂ ਵਿਕਲਪਾਂ ਦੇ ਆਸਰੇ ਹੈ। ਸਵਾਸ ਰੁਕ ਜਾਂਦੇ ਨੇ, ਸਰੀਰ ਦੀ ਮੌਤ ਹੋ ਜਾਂਦੀ ਹੈ, ਸੰਕਲਪ ਵਿਕਲਪ ਅਭਾਵ ਹੋ ਜਾਂਦੇ ਨੇ, ਮਨ ਵੀ ਮਰ ਜਾਂਦਾ। ਇਸ ਢੰਗ ਦੇ ਨਾਲ ਇਸ ਚੰਚਲ ਅਤੇ ਚੋਰ ਮਨ ਨੂੰ ਮਾਰ ਕੇ ਤਾਂ ਪਾਵੈ ਸੱਚ ਤਨਾ। ਫਿਰ ਜਿਹੜਾ ਅਸਲੀ ਵਾਹਿਗੁਰੂ ਦੇ ਨਾਮ ਦਾ ਸੱਚਾ ਤਨ ਹੈ ਉਹ ਪ੍ਰਾਪਤ ਹੁੰਦਾ ਹੈ। ਕਿਉਂ? ਨਾਮ ਤੋਂ ਬਿਨਾਂ ਬਾਕੀ ਧਨ ਸਾਰੇ ਝੂਠੇ ਨੇ। ਕਿਸੇ ਕਵੀ ਨੇ ਲਿਖਿਆ ਹੈ, ਗੋ ਧਨ ਗਜ ਧਨ ਰਤਨ ਧਨ ਕੰਚਨ ਧਨ ਸੁਖਾਨ ਜਬ ਆਵੈ ਸੰਤੋਖ ਧਨ ਸਭ ਧਨ ਧੂਲ ਸਮਾਨ। ਸੰਤੋਖ ਕਿਵੇਂ ਪ੍ਰਾਪਤ ਹੁੰਦਾ? ਨਾਮ ਦੁਆਰਾ। ਜਦੋਂ ਨਾਮ ਪ੍ਰਾਪਤ ਹੋ ਜਾਂਦਾ ਹੈ, ਮਨ ਨੂੰ ਸੰਤੋਖ ਪ੍ਰਾਪਤ ਹੋ ਜਾਂਦਾ ਹੈ, ਅਤੇ ਫਿਰ ਸਾਰੇ ਧਨ ਸੋਨਾ ਚਾਂਦੀ ਹਾਥੀ ਘੋੜੇ ਆਦਿਕ ਉਹ ਸਾਰੇ ਸੁਆਹ ਵਾਂਗੂ ਨਿਰਾਸ਼ ਪ੍ਰਤੀਤ ਹੋਣ ਲੱਗ ਜਾਂਦੇ ਹਨ। ਇਸੇ ਲਈ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਹਨ, ਜਦੋਂ ਅਸੀਂ ਇਸ ਚੋਰ ਅਤੇ ਚਤਰ ਮਨ ਨੂੰ ਮਾਰ ਲਈਏ ਅਤੇ ਫਿਰ ਸੱਚੇ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਸੁਪਨੈ ਊਬੀ ਭਈ ਗਹਿਓ ਕੀਨਾ ਅੰਚਲਾ। ਲਓ, 4 ਪ੍ਰਕਾਰ ਦੇ ਦਰਸ਼ਨ ਹੁੰਦੇ ਨੇ। ਇੱਕ ਸਰਵਣ ਦਰਸ਼ਨ, ਦੂਸਰੇ ਚਿਤਰ ਦਰਸ਼ਨ, ਤੀਸਰੇ ਸੁਪਨ ਦਰਸ਼ਨ, ਚੌਥੇ ਪ੍ਰਤੱਖ ਦਰਸ਼ਨ ਹੁੰਦੇ ਨੇ। ਜਿਸ ਪਿਆਰੇ ਦੇ ਨਾਲ ਸਾਡਾ ਪ੍ਰੇਮ ਹੁੰਦਾ ਹੈ, ਕਈ ਵਾਰੀ ਸੁਪਨੇ ਵਿੱਚ ਦਿਖਾਈ ਦੇ ਜਾਂਦਾ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਕਾਂਸ਼ੀ ਵਿੱਚ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਰਸ਼ਨ ਦੀਦਾਰੇ ਬਖਸ਼ੇ, ਅਤੇ ਫਿਰ ਉਸ ਵੇਲੇ ਮਨ ਪ੍ਰਸੰਨ ਹੋ ਜਾਂਦਾ ਹੈ। ਭਾਵੇਂ ਸੁਪਨੇ 'ਚ ਹੀ ਦਰਸ਼ਨ ਹੋਵੇ ਨਾ ਆਪਣੇ ਪਿਆਰੇ ਦਾ, ਮਨ ਖੁਸ਼ ਹੋ ਜਾਂਦਾ। ਹਜ਼ੂਰ ਕਹਿੰਦੇ ਨੇ, ਜਦੋਂ ਜੀਵ ਰੂਪੀ ਸਖੀ ਨੂੰ ਸੁਪਨੇ ਦੇ ਵਿੱਚ ਉਸ ਅਕਾਲ ਪੁਰਖ ਦੇ ਸਰਗੁਣ ਸਰੂਪ ਦੇ ਵਿੱਚ ਦਰਸ਼ਨ ਹੁੰਦੇ ਨੇ। ਜਿਵੇਂ ਕਈ ਮਹਾਂਪੁਰਖ ਰੱਬ ਦੇ ਪਿਆਰੇ ਵਾਹਿਗੁਰੂ ਦੀ ਭਗਤੀ ਕਰਦੇ ਨੇ, ਮਨ ਦੇ ਵਿੱਚ ਦਰਸ਼ਨਾਂ ਦੀ ਤਾਂਘ ਹੁੰਦੀ ਹੈ। ਅਰਦਾਸਾਂ ਬੇਨਤੀਆਂ ਜੋਦੜੀਆਂ ਵੀ ਕਰਦੇ ਨੇ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਿਆਈ ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਫਿਰ ਉਹਨਾਂ ਨੂੰ ਸੁਪਨੇ ਵਿੱਚ ਦਰਸ਼ਨ ਹੁੰਦੇ ਨੇ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਦੋਂ ਵੱਡੇ ਮਹਾਂਪੁਰਖ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਸੱਚਖੰਡ ਚਲੇ ਗਏ, ਮਨ ਵਿੱਚ ਵੈਰਾਗ ਹੋਇਆ, ਤੀਰਥਾਂ ਦੀ ਯਾਤਰਾ ਲਈ ਨਿਕਲੇ ਨੇ। ਚਮਕੌਰ ਸਾਹਿਬ, ਜਿੱਥੇ ਕਤਲਗੜ੍ਹ ਸਾਹਿਬ ਅਸਥਾਨ ਹੈ, ਜਿੱਥੇ ਦੋਨੋਂ ਗੁਰੂ ਮਹਾਰਾਜ ਦੇ ਫਰਜ਼ੰਦ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਸਨ, ਉੱਥੇ ਬੌਲੀ ਸਾਹਿਬ ਦੇ ਵਿੱਚ ਜਾ ਕੇ 40 ਦਿਨ ਉਹਨਾਂ ਨੇ ਮੂਲ ਮੰਤਰ ਦਾ ਜਾਪ ਆਰੰਭ ਕੀਤਾ। ਜਦੋਂ 35 ਦਿਨ ਹੋਏ, ਮਨ ਦੇ ਵਿੱਚ ਇੱਛਾ ਹੋਈ ਵੀ ਸਾਨੂੰ ਕਲਗੀਧਰ ਪਾਤਸ਼ਾਹ ਦੇ ਅਤੇ ਨਾਲ ਹੀ ਉਹਨਾਂ 40 ਸਿੰਘਾਂ ਦੇ ਅਤੇ 5 ਪਿਆਰਿਆਂ ਦੇ ਦੋਨੋਂ ਸਾਹਿਬਜ਼ਾਦਿਆਂ ਦੇ ਦਰਸ਼ਨ ਹੋਣ, ਜਿਨ੍ਹਾਂ ਨੇ ਇੱਥੇ ਜੰਗ ਕੀਤਾ, ਸ਼ਹੀਦੀਆਂ ਪ੍ਰਾਪਤ ਕੀਤੀਆਂ। 35ਵੇਂ ਦਿਨ ਜਦੋਂ ਮਹਾਂਪੁਰਖਾਂ ਦੇ ਮਨ ਦੇ ਵਿੱਚ ਫੁਰਨਾ ਹੋਇਆ, ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਵੈਰਾਟ ਰੂਪ ਧਾਰਨ ਕਰਕੇ ਦਰਸ਼ਨ ਦੀਦਾਰੇ ਬਖਸ਼ੇ। ਉਹਨਾਂ 40 ਸਿੰਘਾਂ ਨੂੰ, ਜਿਨ੍ਹਾਂ ਨੇ ਚਮਕੌਰ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ, ਆਪਣੇ ਪਿਆਰ ਦੇ ਕਲਾਵੇ ਵਿੱਚ ਲਿਆ ਹੋਇਆ। 5 ਪਿਆਰੇ ਵੀ ਨਾਲ ਨੇ, ਸਾਹਿਬਜ਼ਾਦੇ ਵੀ ਨਾਲ ਨੇ, ਅਤੇ ਇਸ ਤਰ੍ਹਾਂ ਮਹਾਂਪੁਰਖਾਂ ਨੂੰ ਦਰਸ਼ਨ ਹੋਏ। ਫਿਰ ਮਨ ਵਿੱਚ ਤਾਂਘ ਹੋਈ, ਮੈਨੂੰ ਵੀ ਸਤਿਗੁਰੂ ਆਪਣੇ ਕਰ ਕਮਲਾਂ ਦੀ ਸ਼ੋਅ ਪ੍ਰਦਾਨ ਕਰਨ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਗਿਆਨੀ ਗੁਰਬਚਨ ਸਿੰਘ ਜੀ ਆਓ, ਤੁਸੀਂ ਵੀ, ਤੁਹਾਨੂੰ ਵੀ ਅਸੀਂ
ਆਪਣੇ ਕਲਾਵੇ ਵਿੱਚ ਲੈ ਲਈਏ। ਮਹਾਂਪੁਰਖ ਵੈਰਾਗ ਅਤੇ ਪ੍ਰੇਮ ਦੇ ਵਿੱਚ ਦੱਸਦੇ ਸਨ, ਜਦੋਂ ਸਤਿਗੁਰੂ ਦੇ ਕਰ ਕਮਲਾਂ ਦੇ ਪੋਟੇ ਉਂਗਲਾਂ ਦੇ ਸਾਡੇ ਤਨ ਨੂੰ ਛੋਹੇ ਅਤੇ ਉਸ ਵੇਲੇ ਇੱਕ ਐਸੀ ਝਰਨਾਹਟ ਛਿੜੀ, ਅੰਦਰ ਅਜੱਪਾ ਜਾਪ ਵਾਹਿਗੁਰੂ ਮੰਤਰ ਦੀ ਧੁਨ ਪ੍ਰਗਟ ਹੋ ਗਈ, ਜੋ ਹੁਣ ਤੱਕ ਭੁੱਲਦੀ ਨਹੀਂ ਹੈ। ਐਸਾ ਆਨੰਦ ਬਣਿਆ ਹੈ ਅਤੇ ਹੁਣ ਤੱਕ ਬਣਿਆ ਹੋਇਆ ਹੈ। ਇਹ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੈ। ਇਉਂ ਕਈ ਮਹਾਂਪੁਰਖਾਂ ਨੂੰ ਸੁਪਨੇ 'ਚ ਦਰਸ਼ਨ ਹੁੰਦੇ ਨੇ ਅਤੇ ਕਈਆਂ ਨੂੰ ਪ੍ਰਤੱਖ ਵੀ ਹੋ ਜਾਂਦੇ ਨੇ। ਇਹ ਤਾਂ ਆਪੋ ਆਪਣੀ ਭਾਵਨਾ ਦੀ ਗੱਲ ਹੈ। ਹਾਜ਼ੂਰ ਕਹਿੰਦੇ ਨੇ, ਸੁਪਨਾ ਉਭੀ ਪਈ। ਕਿਸੇ ਸੁਹਾਗਣ ਇਸਤਰੀ ਨੂੰ ਸੁਪਨੇ ਵਿੱਚ ਉਸਦੇ ਪਤੀ ਨੇ ਦਰਸ਼ਨ ਦੀਦਾਰੇ ਦਿੱਤੇ ਅਤੇ ਸੁਪਨੇ ਦੇ ਵਿੱਚ ਉਭੀ ਪਈ ਉਹ ਉੱਠ ਕੇ ਖਲੋ ਗਈ। ਸੁਪਨੇ ਵਿੱਚ ਜਦੋਂ ਉਸਦੇ ਪਤੀ ਪਰਮੇਸ਼ਰ ਨੇ ਦੀਦਾਰ ਦਿੱਤਾ, ਉੱਠ ਕੇ ਖਲੋ ਗਈ। ਗਿਓ ਕੀ ਨਾ ਅੰਚਲਾ, ਮਨ ਵਿੱਚ ਸੋਚਣ ਲੱਗੀ ਵੀ ਮੈਂ ਕਿਉਂ ਨਾ ਹੁਣ ਇਸ ਦਾ ਪੱਲਾ ਪਕੜ ਲਵਾਂ, ਪਰ ਪੱਲਾ ਪਕੜਿਆ ਨਹੀਂ ਗਿਆ। ਕਿਉਂ? ਸੁਪਨੇ ਦੇ ਵਿੱਚ ਜਿਹੜੇ ਦਰਸ਼ਨ ਹੁੰਦੇ ਨੇ ਸੂਖਮ ਦਰਸ਼ਨ ਹੁੰਦੇ ਨੇ। ਜੇ ਆਪਾਂ ਚਾਹੀਏ ਵੀ ਆਪਾਂ ਉਹਨੂੰ ਹੱਥ ਲਾ ਕੇ ਟੱਚ ਕਰਕੇ ਅਤੇ ਉਸ ਨੂੰ ਛੋਹ ਕੇ ਦੇਖੀਏ, ਨਹੀਂ ਛੋਹਿਆ ਜਾ ਸਕਦਾ। ਹਾਜ਼ੂਰ ਕਹਿੰਦੇ ਨੇ, ਜਦੋਂ ਸੁਪਨੇ ਵਿੱਚ ਮੈਨੂੰ ਦਰਸ਼ਨ ਹੋਏ, ਮੈਂ ਉੱਠ ਕੇ ਖਲੋ ਗਈ ਅਤੇ ਮਨ ਵਿੱਚ ਸੋਚਣ ਲੱਗੀ ਮੈਂ ਇਸ ਦਾ ਪੱਲਾ ਪਕੜਾਂ, ਪਰ ਪੱਲਾ ਪਕੜਿਆ ਨਹੀਂ ਗਿਆ। ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ। ਉਹ ਪੁਰਖ ਸਰਗਣ ਸਰੂਪ ਦੇ ਵਿੱਚ ਜੋ ਸਾਨੂੰ ਦਰਸ਼ਨ ਦੀਦਾਰੇ ਹੋਏ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਕਈ ਪ੍ਰੇਮੀਆਂ ਨੂੰ ਦਰਸ਼ਨ ਹੁੰਦੇ ਨੇ। ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਤੱਖ ਦਰਸ਼ਨ ਦੀਦਾਰੇ ਬਖਸ਼ੇ। ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲਿਆਂ ਨੂੰ ਵੀ ਕਲਗੀਧਰ ਪਾਤਸ਼ਾਹ ਨੇ ਘੋੜੇ ਸਮੇਤ ਆ ਕੇ ਦਰਸ਼ਨ ਦੀਦਾਰੇ ਬਖਸ਼ੇ ਅਤੇ ਲੰਗਰ ਦੀ ਸੇਵਾ ਕਰਨ ਲਈ ਹੁਕਮ ਕੀਤਾ ਸੀ। ਇਉਂ ਆਪਣੇ ਪਿਆਰਿਆਂ ਨੂੰ ਸਤਿਗੁਰੂ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦੇ ਨੇ। ਸੁੰਦਰ ਪੁਰਖ ਬਿਰਾਜਤ, ਉਹ ਬੜਾ ਸੁੰਦਰ ਪੁਰਖ ਸਰਗੁਣ ਸਰੂਪ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਬਿਰਾਜਮਾਨ ਹੋ ਰਿਹਾ ਸੀ, ਫਬ ਰਿਹਾ ਸੀ। ਪੇਖ ਮਨ ਬੰਚਲਾ, ਵੇਖ ਕੇ ਸਾਡਾ ਮਨ ਠੱਗਿਆ ਗਿਆ। ਜਿਵੇਂ ਕਿਸੇ ਸੁੰਦਰ ਨੂੰ ਵੇਖ ਕੇ ਅਤੇ ਬੰਦੇ ਦਾ ਮਨ ਚੁਰਾਇਆ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਸੁਪਨੇ ਵਿੱਚ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੋਏ, ਬੜਾ ਸੋਹਣਾ ਉਸ ਦਾ ਚਿਹਰਾ ਮੂਹਰਾ ਫਬ ਰਿਹਾ ਸੀ ਅਤੇ ਵੇਖ ਕੇ ਸਾਡਾ ਮਨ ਠੱਗਿਆ ਗਿਆ। ਮਨ ਵਿੱਚ ਚਾਹੁੰਦੇ ਸੀ ਇਹਦਾ ਹੁਣੇ ਪੱਲਾ ਪਕੜ ਲਈਏ, ਪਰ ਉਹ ਪੱਲਾ ਪਕੜਿਆ ਨਹੀਂ ਗਿਆ। ਖੋਜੋ ਤਾਕੇ ਚਰਨ ਕਹੋ ਕਤ ਪਾਈਐ। ਲਓ, ਜਗਿਆਸੂ ਦੇ ਮਨ ਦੇ ਵਿੱਚ ਇਸ ਗੱਲ ਦਾ ਪਛਤਾਵਾ ਹੁੰਦਾ ਹੈ, ਖੋਜੋਂ ਤਾਕੇ ਚਰਨ, ਵੀ ਮੈਂ ਤੇ ਉਸ ਪਤੀ ਪਰਮੇਸ਼ਰ ਦੇ ਅਕਾਲ ਪੁਰਖ ਦੇ ਚਰਨਾਂ ਨੂੰ ਖੋਜ ਰਿਹਾ ਹਾਂ। ਦੱਸੋ ਕਿੱਥੋਂ ਮੈਨੂੰ ਵਾਹਿਗੁਰੂ ਦੇ ਚਰਨ ਲੱਭ ਸਕਦੇ ਨੇ? ਕਿਉਂ? ਜਦੋਂ ਵਾਹਿਗੁਰੂ ਦੇ ਚਰਨ ਲੱਭ ਜਾਣ ਨਾ, ਅਤੇ ਫਿਰ ਵਾਹਿਗੁਰੂ ਆਪ ਸਮਰਥਕ ਹੋ ਕੇ ਦਰਸ਼ਨ ਦੀਦਾਰੇ ਦਿੰਦੇ। ਇਸੇ ਲਈ ਅਸੀਂ ਉਹਦੇ ਚਰਨਾਂ ਨੂੰ, ਨਾਮ ਰੂਪੀ ਚਰਨਾਂ ਨੂੰ ਖੋਜਦੇ ਫਿਰਦੇ ਹਾਂ। ਦੱਸੋ ਕਿੱਥੋਂ ਸਾਨੂੰ ਪ੍ਰਾਪਤ ਹੋ ਸਕਦੇ ਹਨ? ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰੋ ਪਾਈਐ। ਹਰ ਹਾਂ, ਹੇ ਸਖੀ, ਹੇ ਭਾਈ, ਹੇ ਸਹੇਲੀ, ਉਹੀ ਯਤਨ ਮੈਨੂੰ ਦੱਸੋ। ਸਖੀ ਪ੍ਰੋ ਪਾਈਐ, ਹੇ ਸਖੀ, ਜਿਵੇਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਭਾਵ ਜੇ ਪ੍ਰਤੱਖ ਦਰਸ਼ਨ ਦੀਦਾਰੇ ਨਹੀਂ ਵੀ ਹੋ ਸਕਦੇ, ਚਲੋ ਸੁਪਨੇ 'ਚ ਹੀ ਝਲਕ ਮਿਲ ਜਾਵੇ। ਇਹ ਜਗਿਆਸੂ ਦੇ ਮਨ ਦੀ ਤਾਂਘ ਤੇ ਤੜਪ ਹੁੰਦੀ ਹੈ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਲੋ, ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਅੱਖਾਂ ਦਿੱਤੀਆਂ ਨੇ, ਕੰਨ ਵੀ ਦਿੱਤੇ ਨੇ, ਜ਼ੁਬਾਨ ਵੀ ਦਿੱਤੀ ਹੈ। ਕਾਹਦੇ ਵਾਸਤੇ? ਵੀ ਇਹਨੂੰ ਚੰਗੇ ਪਾਸੇ ਲਾਓ। ਅੰਤਰ ਗੋਰਿਆ ਰਦਨਾ ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਵੇਖਣਾ, ਸ਼ਰਵਣੀ ਸੁਣਨਾ ਗੁਰਨਾਉ। ਇਸ ਕੰਮ ਲਈ ਸਾਨੂੰ ਵਾਹਿਗੁਰੂ ਨੇ ਨੈਣ, ਸਰਵਣ ਅਤੇ ਰਸਨਾ ਦਿੱਤੀ ਹੈ। ਹਾਜ਼ੂਰ ਕਹਿੰਦੇ, ਨੈਣ ਨਾ ਦੇਖਿਆ ਸਾਧ, ਜਿਹੜੇ ਨੇਤਰ ਸਾਧ ਸਤਿਗੁਰੂ ਦੇ ਅਤੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਨਹੀਂ ਕਰਦੇ। ਸੇ ਨੈਣ ਬੇਹਾਲਿਆ, ਉਹ ਨੇਤਰ ਪਾਈ ਹਾਲੋਂ ਬੇਹਾਲ ਹੁੰਦੇ ਨੇ। ਭਾਵ ਉਹਨਾਂ ਨੂੰ ਬਹੁਤ ਦੁਖੀ ਹੋਣਾ ਪੈਂਦਾ ਹੈ। ਕਾਰਨ ਨਾ ਸੁਨਹੀ ਨਾਦ
ਕਾਰਨ ਮੁੰਦ ਘਾਲਿਆ। ਇਹ ਕੰਨ ਸਾਨੂੰ ਬਾਣੀ ਸੁਣਨ ਵਾਸਤੇ ਮਿਲੇ ਨੇ। ਇਹ ਸ਼ਰਵਣੋ ਮੇਰਿਓ ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜੇ ਅਸੀਂ ਇਹਨਾਂ ਕੰਨਾਂ ਦੁਆਰਾ ਨਾਦ ਗੁਰਬਾਣੀ ਸੰਗੀਤ ਨੂੰ ਨਹੀਂ ਸੁਣਦੇ, ਕਰਨ ਮੁੰਦ ਘਾਲਿਆ, ਫਿਰ ਇਹਨਾਂ ਕੰਨਾਂ ਨੂੰ ਸਿੱਕਾ ਢਾਲ ਕੇ ਬੰਦ ਕਰ ਦਿੱਤਾ ਜਾਵੇਗਾ। ਭਾਵ ਨੇਤਰਾਂ ਨਾਲ ਸਤਿਗੁਰੂ ਦੇ, ਸਤ ਸੰਗਤ ਦੇ, ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨੇ ਚਾਹੀਦੇ ਨੇ, ਅਤੇ ਕੰਨਾਂ ਰਾਹੀਂ ਗੁਰੂ ਦੀ ਬਾਣੀ, ਗੁਰੂ ਦਾ ਕੀਰਤਨ ਅਤੇ ਗੁਰੂ ਦੀ ਮਹਿਮਾ ਸਰਵਣ ਕਰਨੀ ਚਾਹੀਦੀ ਹੈ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਰਸਨਾ ਨਾਮ ਜਪਣ ਵਾਸਤੇ ਮਿਲੀ ਹੈ। ਜਪੀਐ ਨਾਮ ਜਪੀਐ ਅੰਨ। ਰਸਨਾ ਦੇ ਨਾਲ ਦੋ ਕੰਮ ਅਸੀਂ ਕਰਨੇ ਹਨ। ਜਪੀਐ ਨਾਮ, ਇੱਕ ਵਾਹਿਗੁਰੂ ਦਾ ਨਾਮ ਜਪਣਾ, ਅਤੇ ਜਪੀਐ ਅੰਨ, ਅਤੇ ਦੂਸਰਾ ਅੰਨ ਵੀ ਛਕਣਾ। ਜ਼ੁਬਾਨ ਬੋਲਦੀ ਵੀ ਹੈ ਅਤੇ ਜ਼ੁਬਾਨ ਰਸਨਿਕ ਇੰਦਰੀਆ ਵੀ ਹੈ, ਇਹ ਰਸ ਨੂੰ ਵੀ ਅਨੁਭਵ ਕਰਦੀ ਹੈ। ਜ਼ੁਬਾਨ ਦੇ ਨਾਲ ਹਜ਼ੂਰ ਕਹਿੰਦੇ ਅਸੀਂ ਨਾਮ ਵੀ ਜਪਣਾ ਹੈ ਅਤੇ ਨਾਲ ਭੋਜਨ ਵੀ ਗ੍ਰਹਿਣ ਕਰਨਾ। ਹਜ਼ੂਰ ਕਹਿੰਦੇ ਜੇ ਅਸੀਂ ਰਸਨਾ ਤੋਂ ਨਾਮ ਨਹੀਂ ਜਪਾਂਗੇ, ਜੇ ਸਾਡੀ ਰਸਨਾ ਨਾਮ ਨਹੀਂ ਜਪੇਗੀ, ਤਿਲ ਤਿਲ ਕਰ ਕੱਟੀਆ, ਅਤੇ ਇਹਨੂੰ ਤਿਲ ਤਿਲ ਕਰਕੇ ਕੱਟਿਆ ਜਾਵੇਗਾ, ਕੀਮਾ ਕੀਮਾ ਕਰਕੇ ਇਸ ਨੂੰ ਕੱਟਿਆ ਜਾਵੇਗਾ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ। ਹਰ ਹਾਂ ਹੇ ਸਖੀ, ਹੇ ਭਾਈ, ਵੀ ਜਦੋਂ ਸਾਨੂੰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭੁੱਲ ਜਾਵੇ ਨਾ, ਆਹ ਜਿਹੜੀ ਸਾਡੀ ਜ਼ਿੰਦਗੀ ਹੈ ਇਹਦੀ ਸਫਲਤਾ ਸਿਮਰਨ ਦੇ ਨਾਲ ਹੈ। ਜੇ ਅਸੀਂ ਵਾਹਿਗੁਰੂ ਦਾ ਸਿਮਰਨ ਨਹੀਂ ਕਰਾਂਗੇ, ਕਿਸੇ ਕਵੀ ਨੇ ਲਿਖਿਆ ਹੈ, ਤਨ ਚੇਤਨ ਚੇਤਨ ਹੇਤ ਦਿਓ, ਨ ਭੋਗਨ ਹੇਤ ਜਗਦੀਸ਼ ਦਿਓ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਤ ਬਿਹਾਤਾ, ਫੂਟੈ ਘਟ ਜਿਉ ਪਾਨੀ। ਜੇ ਸਾਨੂੰ ਇਸ ਜੀਵਨ ਕਾਲ ਦੇ ਅੰਦਰ ਪਾਤਸ਼ਾਹ ਪਰਮੇਸ਼ਰ ਭੁੱਲ ਜਾਵੇ, ਦਿਨੋਂ ਦਿਨ ਘਟੀਐ, ਦਿਨੋਂ ਦਿਨ ਘਾਟਾ ਹੀ ਘਾਟਾ ਸਾਨੂੰ ਪੈਂਦਾ ਹੈ। ਪੰਕਜ ਫਾਥੇ ਪੰਕ ਮਹਾਮਦ ਗੁੰਫਿਆ। ਗਰੀਬ ਨਿਵਾਜ ਸਤਿਗੁਰੂ ਜੀ ਅੱਗੇ ਹੁਣ ਦ੍ਰਿਸ਼ਟਾਂਤ ਦਿੰਦੇ ਨੇ। ਪੰਕਜ ਫਾਥੇ ਪੰਕ, ਪੰਕਜ ਦਾ ਅਰਥ ਹੈ ਕਮਲ, ਅਤੇ ਪੰਕ ਦਾ ਅਰਥ ਹੈ ਚਿੱਕੜ। ਪੰਕਜ ਫਾਥੇ ਪੰਕ, ਜਿਹੜੇ ਪੰਕਜ ਕਮਲ ਦੇ ਫੁੱਲ ਨੇ, ਉਹ ਪੰਕ ਚਿੱਕੜ ਦੇ ਵਿੱਚ ਫਸੇ ਹੁੰਦੇ ਨੇ। ਭਾਵ ਕਮਲ ਦੇ ਫੁੱਲ ਦੀਆਂ ਜੜ੍ਹਾਂ ਚਿੱਕੜ ਦੇ ਵਿੱਚ ਧਸੀਆਂ ਹੁੰਦੀਆਂ ਨੇ। ਮਹਾਮਦ ਗੁੰਫਿਆ, ਅਤੇ ਫਿਰ ਜਿਹੜਾ ਉਸ ਦਾ ਗੁੰਫਿਆ ਦਾ ਅਰਥ ਵੀ ਉੱਪਰਲਾ ਗੁੱਛਾ ਹੁੰਦਾ ਹੈ। ਫੁੱਲ ਦਾ ਜਿਹੜਾ ਆਕਾਰ ਹੁੰਦਾ ਹੈ ਉਸ ਨੂੰ ਗੁੱਛਾ ਆਖਿਆ ਹੈ। ਮਹਾਮਦ ਗੁੰਫਿਆ, ਉਹ ਬਹੁਤ ਸੁੰਦਰ, ਮਦ ਦਾ ਅਰਥ ਹੈ ਸੁਗੰਧੀ, ਅਤੇ ਨਾਲ ਉਹਦੇ ਵਿੱਚ ਮਕਰੰਦ ਰਸ ਅਤੇ ਪਰਾਗ ਨਾਮ ਦਾ ਧੂੜਾ ਵੀ ਹੁੰਦਾ, ਉਹ ਵੀ ਬਹੁਤ ਸੁੰਦਰ ਮਹਿਕਦਾਰ ਹੁੰਦਾ। ਕਮਲ ਦੇ ਫੁੱਲ ਚਿੱਕੜ ਵਿੱਚ ਫਸੇ ਹੁੰਦੇ ਨੇ, ਉਹਨਾਂ ਦੀਆਂ ਜੜ੍ਹਾਂ ਚਿੱਕੜ ਵਿੱਚ ਲੱਗੀਆਂ ਹੁੰਦੀਆਂ ਨੇ, ਅਤੇ ਬਹੁਤ ਸੁੰਦਰ ਸੁਗੰਧੀ ਦੇ ਨਾਲ ਗੁੰਦੇ ਹੁੰਦੇ ਹਨ। ਅੰਗ ਸੰਗ ਉਰਝਾਏ, ਬਿਸਰਤੇ ਸੌਂਫਿਆ। ਅਤੇ ਜਿਹੜੇ ਭੌਰੇ ਨੇ ਉਹ ਫੁੱਲਾਂ ਦੀ ਮਹਿਕ ਦੇ ਪ੍ਰੇਮੀ ਨੇ। ਉਹ ਕਮਲ ਦੇ ਫੁੱਲ ਦੇ ਨੇੜੇ ਆ ਕੇ ਅੰਗ ਸੰਗ ਉਰਝਾਏ, ਅੰਗ ਤੋਂ ਪਾਵੇ ਜਿਹੜੀਆਂ ਉਸ ਕਮਲ ਦੀਆਂ ਪੰਖੜੀਆਂ ਹੁੰਦੀਆਂ ਨੇ, ਅੰਗ ਸੰਗ ਉਰਝਾਏ, ਉਹਨਾਂ ਦੇ ਨਾਲ ਪੰਖੜੀਆਂ ਦੇ ਨਾਲ ਫਸ ਜਾਂਦੇ ਨੇ, ਅਤੇ ਫਿਰ ਕਮਲ ਦਾ ਫੁੱਲ ਰਾਤ ਨੂੰ ਬੰਦ ਹੋ ਜਾਂਦਾ ਹੈ, ਅਤੇ ਕਮਲ ਦੇ ਵਿੱਚ ਹੀ ਭੌਰੇ ਵੀ ਨਾਲ ਹੀ ਬੰਦ ਹੋ ਜਾਂਦੇ ਨੇ। ਅੰਗ ਸੰਗ ਉਰਝਾਏ ਬਿਸਰ ਤੇ ਸੌਂਫਿਆ। ਵੇਖ ਲਓ, ਭੌਰੇ ਜਿਹੜੇ ਵਾਸ਼ਨਾ ਦੇ ਪ੍ਰੇਮੀ ਨੇ, ਉਸ ਕਮਲ ਦੀਆਂ ਪੰਖੜੀਆਂ ਦੇ ਨਾਲ ਹੀ ਫਸ ਜਾਂਦੇ ਨੇ, ਅਤੇ ਫਿਰ ਬਿਸਰ ਤੇ ਸੌਂਫਿਆ, ਅਤੇ ਉਹਨਾਂ ਨੂੰ ਸੌਂਫਿਆ ਦਾ ਅਰਥ ਕੀਤਾ ਹੈ ਵੀ ਜਿਹੜਾ ਇੱਕ ਥਾਂ ਤੋਂ ਉਡਾਰੀ ਮਾਰ ਕੇ ਦੂਜੇ ਥਾਂ 'ਤੇ ਜਾਣਾ। ਜਿਵੇਂ ਭੌਰਾ ਇੱਕ ਫੁੱਲ 'ਤੇ ਬੈਠ ਕੇ ਫਿਰ ਦੂਸਰੇ ਫੁੱਲ 'ਤੇ ਜਾ ਕੇ ਬਹਿੰਦੇ, ਫਿਰ ਉਹਨੂੰ ਸੌਂਫਿਆ ਦਾ ਅਰਥ ਵੀ ਉਹ ਚਾਓ, ਉਹ ਖਿਆਲ, ਉਹ ਸੁਪਨਾ ਭੁੱਲ ਹੀ ਜਾਂਦਾ ਹੈ ਵੀ ਮੈਂ ਇਸ ਫੁੱਲ ਤੋਂ ਉੱਡ ਕੇ ਹੋਰ ਫੁੱਲ 'ਤੇ ਵੀ ਜਾਣਾ। ਬਸ ਸੁਗੰਧੀ ਵਿੱਚ ਮਸਤ ਹੋਇਆ ਕਮਲ ਦੇ ਫੁੱਲ ਵਿੱਚ ਹੀ ਕੈਦੀ ਹੋ ਕੇ ਰਹਿ ਜਾਂਦਾ ਹੈ। ਬਿਸਰ ਤੇ ਸੌਂਫਿਆ, ਸੌਂਫਿਆ ਦਾ ਅਰਥ ਸਫਾਈ ਵੀ ਕੀਤਾ, ਅਤੇ ਉਹਨੂੰ ਜਿਹੜੀ ਸਫਾਈ ਹੈ ਉਹ ਵਿਸਰ ਜਾਂਦੀ ਹੈ। ਸਫਾਈ ਤੋਂ ਭਾਵ ਜਿਹੜੀ ਦਿਲ ਦੀ ਇਹ ਭਾਵਨਾ ਹੁੰਦੀ ਹੈ
ਵੀ ਮੈਂ ਸੁਤੰਤਰ ਹੋ ਕੇ ਵਿਚਰਨਾ, ਅਰਸ਼ਾਂ ਵਿੱਚ ਉਡਾਰੀਆਂ ਮਾਰਨੀਆਂ ਨੇ। ਉਹ ਗੱਲਾਂ ਸਾਰੀਆਂ ਹੀ ਭੁੱਲ ਜਾਂਦੀਆਂ ਨੇ ਜਦੋਂ ਭੌਰਾ ਫੁੱਲ ਦੀ ਸੁਗੰਧੀ ਦੇ ਵਿੱਚ ਮਸਤ ਹੋਇਆ ਤੇ ਉਸ ਦੇ ਵਿੱਚ ਬੰਦ ਹੋ ਜਾਂਦਾ ਹੈ ਕੋ ਐਸਾ ਮੀਤ ਜੇ ਤੋਰੈ ਬਿਖਮ ਗਾਂਠ। ਲੋਕ ਕਵੀ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਕਵੀ ਰਾਜ ਨੇ। ਹੈ ਕੋਈ ਐਸਾ ਮੀਤ, ਕੋਈ ਇਹੋ ਜਿਹਾ ਮਿੱਤਰ ਹੈ ਜੋ ਤੋਰੈ ਬਿਖਮ ਗਾਂਠ, ਜਿਹੜੀ ਬਿਖਮ ਗੰਢ ਪਈ ਹੋਈ ਹੈ। ਭੌਰਾ ਕਮਲ ਦੇ ਫੁੱਲ ਵਿੱਚ ਬੰਦ ਹੋਇਆ ਹੈ ਨਾ, ਇਹ ਗੰਢ ਪਈ ਹੋਈ ਹੈ, ਜਿਹੜਾ ਇਸ ਬਿਖਮ ਗੰਢ ਨੂੰ ਤੋੜ ਦੇਵੇ। ਕੋਈ ਐਸਾ ਰੱਬ ਦਾ ਪਿਆਰਾ ਹੈ। ਇਹਦੇ ਬਾਰੇ ਅੱਗੇ ਦੱਸਦੇ ਹਨ। ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੈ ਸਾਂਠ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਸ੍ਰੀ ਧਰ, ਸ਼੍ਰੀ ਸੋਭਾ ਨੂੰ ਅਥਵਾ ਮਾਇਆ ਨੂੰ ਧਾਰਨ ਕਰਨ ਵਾਲਾ ਨਾਥ ਮਾਲਕ ਵਾਹਿਗੁਰੂ ਪਰਮੇਸ਼ਰੀ ਹੈ, ਜਿਹੜਾ ਟੁੱਟੀਆਂ ਨੂੰ ਸਾਂਠ ਦਾ ਅਰਥ ਹੈ ਗੰਢ ਲੈਂਦਾ ਹੈ। ਜੇ ਵਾਹਿਗੁਰੂ ਕਿਰਪਾ ਕਰੇ ਤੇ ਫਿਰ ਉਹ ਭੌਰਾ ਕਮਲ ਦੇ ਫੁੱਲ ਦੀ ਕੈਦ ਤੋਂ ਮੁਕਤ ਹੋ ਸਕਦਾ, ਵਰਨਾ ਨਹੀਂ। ਕਈ ਵਾਰ ਐਸਾ ਹੁੰਦਾ ਹੈ ਜਦੋਂ ਭੌਰਾ ਕਮਲ ਦੇ ਫੁੱਲ ਵਿੱਚ ਕੈਦੀ ਹੁੰਦਾ ਹੈ, ਫੁੱਲ ਖਿੜਨ ਤੋਂ ਪਹਿਲਾਂ ਹੀ ਕਈ ਜਿਹੜੇ ਸੁਬਾਸੀ ਲੋਕ ਨੇ, ਜਿਹੜੇ ਅਤਰ ਫੁਲੇਲ ਤਿਆਰ ਕਰਦੇ ਨੇ, ਉਹ ਆ ਕੇ ਫੁੱਲਾਂ ਨੂੰ ਪਹਿਲਾਂ ਹੀ ਤੋੜ ਕੇ ਲੈ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਤੇਲ ਦੇ ਕੜਾਹ ਵਿੱਚ ਫੁੱਲਾਂ ਨੂੰ ਪਾ ਕੇ ਅਤਰ ਫੁਲੇਲ ਤਿਆਰ ਕਰਦੇ ਨੇ। ਉਸ ਫੁੱਲਾਂ ਦੀਆਂ ਪੰਖੜੀਆਂ ਦੇ ਨਾਲ ਭੌਰਾ ਵੀ ਤੇਲ ਦੇ ਵਿੱਚ ਹੀ ਤਲਿਆ ਜਾਂਦਾ। ਤੇ ਜੇ ਵਾਹਿਗੁਰੂ ਕਿਰਪਾ ਕਰ ਦੇਵੇ ਤੇ ਕੋਈ ਸੁਬਾਸੀ ਨਾ ਆਵੇ, ਫੁੱਲ ਤੋੜਨ ਵਾਲਾ ਕੋਈ ਨਾ ਆਵੇ, ਤੇ ਫਿਰ ਉਹ ਜਦੋਂ ਸੂਰਜ ਚੜ੍ਹਦਾ ਹੈ, ਕਮਲ ਦਾ ਫੁੱਲ ਫੇਰ ਖਿੜਦਾ ਹੈ, ਤੇ ਫਿਰ ਉਸ ਭੌਰੇ ਨੂੰ ਨਿਜਾਤ ਪ੍ਰਾਪਤ ਹੋ ਜਾਂਦੀ, ਉਹ ਭੌਰਾ ਬਾਹਰ ਆ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ, ਸਭ ਦਾ ਮਾਲਕ, ਉਹ ਟੁੱਟੀਆਂ ਨੂੰ ਗੰਢ ਲੈਂਦਾ। ਇਸੇ ਤਰ੍ਹਾਂ ਅੰਤਰੀਵ ਅਰਥ ਮਹਾਂਪੁਰਖੇ ਕਰਦੇ ਸਨ। ਪੰਕਜ ਫਾਥੇ ਪੰਕ, ਪੰਕਜ ਫਾਥੇ ਪੰਕ, ਪੰਕਜ ਦਾ ਅਰਥ ਹੈ ਭੌਰਾ। ਜਿਹੜਾ ਪੰਖ ਸ਼ਬਦ ਹੈ ਨਾ, ਪੰਖ ਤੋਂ, ਭੌਰੇ ਦੇ ਖੰਭ ਹੁੰਦੇ ਨੇ ਨਾ ਜਿਨ੍ਹਾਂ ਨੂੰ ਪੰਖ ਕਿਹਾ ਜਾਂਦਾ ਹੈ, ਉੱਥੋਂ ਇਹ ਪੰਕਜ ਦਾ ਅਰਥ ਭੌਰਾ ਵੀ ਵਿਦਵਾਨਾਂ ਨੇ ਗ੍ਰਹਿਣ ਕੀਤਾ। ਪੰਕਜ ਫਾਥੇ ਪੰਕ, ਜਿਵੇਂ ਭੌਰੇ ਦੇ ਪੰਖ ਦਾ ਅਰਥ ਹੈ ਪੰਖ, ਪਾਉ ਸੇ ਖੰਭ। ਪੰਕਜ ਫਾਥੇ ਪੰਖ, ਜਿਵੇਂ ਭੌਰੇ ਦੇ ਖੰਭ ਉਹ ਫੁੱਲ ਦੀ ਸੁਗੰਧੀ ਵਿੱਚ ਫਸ ਜਾਂਦੇ ਨੇ। ਮਹਾਮਦ ਗੁੰਫਿਆ, ਕਿਉਂਕਿ ਉਹ ਜਿਹੜਾ ਕਮਲ ਦਾ ਫੁੱਲ ਹੈ ਉਹ ਬਹੁਤ ਸੁੰਦਰ ਸੁਗੰਧੀ, ਮਕਰੰਦ ਰਸ ਤੇ ਪਰਾਗ ਦੇ ਨਾਲ ਗੁੰਦਿਆ ਹੁੰਦਾ ਹੈ। ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਇਸੇ ਤਰ੍ਹਾਂ ਜੀਵ ਰੂਪੀ ਭੌਰਾ, ਇਹਦੇ ਜਿਹੜੇ ਸੰਕਲਪ ਵਿਕਲਪ ਰੂਪੀ ਖੰਭ ਨੇ, ਉਹ ਮੋਹ ਮਾਇਆ ਦੇ ਚਿੱਕੜ ਵਿੱਚ ਫਸੇ ਰਹਿੰਦੇ ਨੇ। ਮਹਾਮਦ ਗੁੰਫਿਆ, ਇਹ ਜੀਵ ਜਿਹੜੀ ਮਾਇਆ ਦੀ ਮਦ ਗਮਰੂਰੀ ਦੇ ਵਿੱਚ, ਨਸ਼ਿਆਂ ਵਿਸ਼ਿਆਂ ਦੀ ਖੁਮਾਰੀ ਦੇ ਵਿੱਚ ਹਮੇਸ਼ਾ ਗੁੰਫਿਆ, ਗੁੰਦਿਆ ਰਹਿੰਦਾ ਹੈ। ਅੰਗ ਸੰਗ ਉਰਝਾਏ, ਇਹ ਨਸ਼ਿਆਂ ਵਿਸ਼ਿਆਂ ਦੇ ਵਿੱਚ ਐਸਾ ਖੁੱਭ ਜਾਂਦਾ ਹੈ। ਤੇ ਬਿਸਰ ਤੇ ਸੌਂਫਿਆ, ਤੇ ਇਸ ਨੂੰ ਉਥੋਂ ਉਡਾਰੀ ਮਾਰਨੀ ਭੁੱਲ ਹੀ ਜਾਂਦਾ। ਜਿਵੇਂ ਗਿੱਲੇ ਗੁੜ 'ਤੇ ਆ ਕੇ ਕੋਈ ਮੱਖੀ ਬੈਠ ਜਾਂਦੀ ਹੈ ਨਾ, ਮਿੱਠਾ ਮੱਖ ਮੂਆ ਕਿਉਂ ਲਏ ਉਡਾਰੀ। ਉਹ ਗਿੱਲੇ ਗੁੜ ਉੱਤੇ ਜਦੋਂ ਮੱਖੀ ਬਹਿੰਦੀ ਹੈ, ਪਹਿਲਾਂ ਉਸ ਦੇ ਪੈਰ ਉੱਥੇ ਨਾਲ ਚਿਪਕ ਜਾਂਦੇ ਨੇ, ਫਿਰ ਉਹਦੇ ਖੰਭ ਵੀ ਉੱਥੇ ਹੀ ਚਿਪਕ ਜਾਂਦੇ ਨੇ, ਫਿਰ ਉੱਡਣ ਦੀ ਸਮਰੱਥਾ ਗਵਾ ਲੈਂਦੀ ਹੈ ਤੇ ਗੁੜ ਦੇ ਲਾਲਚ ਵਿੱਚ ਲੱਗੀ ਹੋਈ ਉੱਥੇ ਹੀ ਆਪਣੀ ਜਾਨ ਦੇ ਦਿੰਦੀ ਹੈ। ਇਸੇ ਤਰ੍ਹਾਂ ਜੀਵ ਰੂਪ ਭੌਰਾ ਵੀ ਨਸ਼ਿਆਂ ਵਿਸ਼ਿਆਂ ਦੇ ਵਿੱਚ ਗਲਤਾਨ ਹੋਇਆ, ਇਹ ਉੱਥੇ ਆਪਣੀ ਜਾਨ ਗਵਾ ਬੈਠਦਾ ਹੈ। ਕਈ ਸ਼ਰਾਬਾਂ ਕਬਾਬਾਂ ਦੇ ਜਿਹੜੇ ਪਿਆਲਿਆਂ ਦੇ ਵਿੱਚ ਹੀ ਜੀਵਨ ਬਰਬਾਦ ਕਰ ਦਿੰਦੇ ਹਨ, ਵੀ ਅਸੀਂ ਨਸ਼ਿਆਂ ਵਿਸ਼ਿਆਂ ਨੂੰ ਛੱਡ ਕੇ ਅਸੀਂ ਗੁਰੂ ਵਾਲੇ ਬਣਨਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ। ਸੌਂਫਿਆ ਜਿਹੜੇ ਸੁਪਨੇ ਨੇ, ਇਹ ਜਿਹੜੇ ਉਹਨਾਂ ਦੇ ਖਿਆਲ ਨੇ, ਇਹ ਸੋਚਾਂ ਨੇ, ਇਹ ਭੁੱਲ ਹੀ ਜਾਂਦੀਆਂ ਨੇ, ਇੰਨੇ ਨਸ਼ਿਆਂ ਵਿਸ਼ਿਆਂ ਵਿੱਚ ਮਸਤ ਹੋ ਜਾਂਦੇ ਹਨ। ਹਜ਼ੂਰ ਅੱਗੇ ਫਰਮਾਉਂਦੇ ਹਨ, ਹੈ ਕੋ ਐਸਾ ਮੀਤ
ਜੇ ਤੂਰੈ ਬਿਖਮ ਗਾਂਠ। ਕੋਈ ਐਸਾ ਮਿੱਤਰ ਹੈ ਰੱਬ ਦਾ ਪਿਆਰਾ ਜਿਹੜਾ ਜੀਵ ਰੂਪ ਭੌਰਾ ਜਿਹੜਾ ਹੁਣ ਨਸ਼ਿਆਂ ਵਿਸ਼ਿਆਂ ਦੇ ਵਿੱਚ ਫਸਿਆ ਹੋਇਆ ਹੈ। ਆ ਜਿਹੜੇ ਸੁੰਦਰ ਚਿਹੜੇ ਨੇ ਫੁੱਲਾਂ ਵਾਂਗੂ ਖਿੜੇ ਹੋਏ, ਇਹਨਾਂ ਦੀ ਮਸਤੀ ਵਿੱਚ ਸ਼ਬਦ ਸਪਰਸ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਦੀ ਖੁਮਾਰੀ ਵਿੱਚ ਫਸਿਆ ਹੋਇਆ ਹੈ। ਅਤੇ ਜਿਹੜਾ ਇਸ ਮੋਹ ਦੀ ਬਿਖਮ ਗੰਢ ਨੂੰ ਤੋੜ ਦੇਵੇ, ਕੋਈ ਐਸਾ ਰੱਬ ਦਾ ਪਿਆਰਾ ਹੈ ਜਿਹੜਾ ਨਸ਼ਿਆਂ ਵਿਸ਼ਿਆਂ ਵੱਲੋਂ ਮਾਇਆ ਦੇ ਰੰਗਾਂ ਵੱਲੋਂ ਮੂੰਹ ਨੂੰ ਮੋੜ ਦੇਵੇ। ਨਾਨਕ ਇੱਕ ਸ੍ਰੀ ਤਰਨਾਥ, ਜੇ ਟੂਟੇ ਲੇ ਫਾਂਠ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਇੱਕ ਮਾਇਆ ਨੂੰ ਧਾਰਨ ਵਾਲਾ, ਭਾਵ ਅਕਾਲ ਪੁਰਖ ਮਾਇਆ ਨੂੰ ਧਾਰਦਾ ਵੀ ਹੈ ਅਤੇ ਮਾਇਆ ਦਾ ਨਾਮ ਸੁਆਮੀ ਵੀ ਹੈ। ਜੇ ਉਹ ਕਿਰਪਾ ਕਰੇ ਵੀ ਉਹ ਟੁੱਟੀਆਂ ਨੂੰ ਗੰਢ ਸਕਦਾ ਹੈ, ਭਾਵ ਜੇ ਵਾਹਿਗੁਰੂ ਕਿਰਪਾ ਕਰੇ, ਜਿਵੇਂ ਕਲਗੀਧਰ ਪਾਤਸ਼ਾਹ ਨੇ ਟੁੱਟੀ ਗੰਢੀ ਸੀ। ਇਹ ਮੁਕਤਸਰ ਸਾਹਿਬ ਜੀ ਦੀ ਇਬਾਰਤ ਹੈ, ਵਾਰਤਾ ਹੈ ਵੀ ਜਦੋਂ ਸਿੰਘਾਂ ਨੇ ਬਿਦਾਵਾ ਲਿਖਿਆ, ਫਿਰ ਬਿਦਾਵਾ ਪੜਵਾਉਣ ਦੀ ਖਾਤਰ ਖਿਦਰਾਣੇ ਦੀ ਢਾਬ 'ਤੇ ਵਜੀਦੇ ਦੀਆਂ ਫੌਜਾਂ ਦੇ ਨਾਲ ਜੰਗ ਕੀਤਾ, ਅਤੇ ਕਲਗੀਧਰ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦੇ ਬੇਨਤੀ ਕਰਨ ਤੋਂ ਅਤੇ ਫਿਰ ਟੂਟੀ ਗੰਢ ਅਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ, ਇਹ ਬਚਨ ਉਚਾਰਨ ਕਰਦਿਆਂ ਹੋਇਆਂ ਟੂਟੀ ਗੰਢ ਲਈ ਸੀ। ਇਉਂ ਭਾਈ ਇੱਕ ਸਤਿਗੁਰੂ ਹੀ ਸਰਬ ਕਲਾ ਸਮਰੱਥ ਨੇ, ਅਤੇ ਜਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਮਰੱਥ ਹੈ ਜਿਹੜਾ ਟੁੱਟੀਆਂ ਨੂੰ ਗੰਢ ਲੈਂਦਾ ਹੈ। ਧਾਵੋ ਦਸਾ ਅਨੇਕ, ਪ੍ਰੇਮ ਪ੍ਰਭ ਕਾਰਣੇ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਵੇਖ ਲਓ ਉਸ ਪ੍ਰਭੂ ਦੇ ਪ੍ਰੇਮ ਦੇ ਵਾਸਤੇ ਧਾਵੋਂ ਦਸ਼ਾ ਅਨੇਕ, ਅਸੀਂ ਅਨੇਕਾਂ ਦਿਸ਼ਾ ਵੱਲ, ਧਾਵੋਂ ਦਾ ਅਰਥ ਹੈ ਦੌੜਦੇ ਫਿਰਦੇ ਹਾਂ। ਇਹਦਾ ਮਤਲਬ ਇਹ ਹੈ, ਜਿਵੇਂ ਭੌਰਾ ਫੁੱਲਾਂ ਦੀ ਸੁਗੰਧੀ ਲਈ ਦਸੋਂ ਦਿਸ਼ਾ ਦੇ ਵਿੱਚ ਚੱਕਰ ਲਾਉਂਦਾ ਹੈ, ਇਸੇ ਤਰ੍ਹਾਂ ਜਿਹੜਾ ਜਗਿਆਸੂ ਹੈ ਵਾਹਿਗੁਰੂ ਦੇ ਪ੍ਰੇਮ ਦੀ ਪ੍ਰਾਪਤੀ ਵਾਸਤੇ ਅਥਵਾ ਪ੍ਰੇਮ ਦੇ ਹੋਣ ਕਾਰਨ ਅਤੇ ਉਸ ਵਾਹਿਗੁਰੂ ਦੇ ਵਿਛੋੜੇ ਦੇ ਵਿੱਚ, ਉਹਦੀ ਭਾਲ ਦੇ ਵਿੱਚ ਦਸੋਂ ਦਿਸ਼ਾ ਦੇ ਵਿੱਚ ਦੌੜਦਾ ਫਿਰਦਾ ਹੈ। ਪੰਚ ਸਤਾਵ ਹੈ ਦੂਤ, ਕਵਨ ਬਿਦ ਮਾਰਣੇ। ਫਿਰ ਉਹ ਅਰਦਾਸ ਬੇਨਤੀ ਕਰਦਾ ਹੈ ਗੁਰਮੁਖ ਜਨਾਂ ਦੇ ਅੰਦਰ, ਜਿਹੜੇ 5 ਦੂਤ ਦੁਸ਼ਟ ਨੇ, ਚੋਰ ਨੇ, ਡਾਕੂ ਨੇ। ਉਹ ਕੌਣ ਨੇ? 5 ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਬੜਾ ਸਤਾਉਂਦੇ ਨੇ। ਜਿਹੜੇ ਭਜਨ ਬੰਦਗੀ ਕਰਦੇ ਨੇ ਉਹਨਾਂ ਨੂੰ ਵੀ ਆ ਕੇ ਬੜਾ ਸਤਾਉਂਦੇ ਨੇ। ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿਸੇ ਗੱਲ ਦਾ, ਉਹ ਤਾਂ ਸਭ ਕੁਝ ਭੁੱਲੇ ਹੋਏ ਨੇ। ਪਰ ਜਿਹੜੇ ਬੰਦਗੀ ਕਰਨ ਵਾਲੇ ਪੁਰਸ਼ ਨੇ, ਪੰਚ ਸਤਾਵੈ ਦੂਤ, ਉਹਨਾਂ ਨੂੰ ਇਹ 5 ਦੂਤ ਆ ਕੇ ਸਤਾਉਂਦੇ ਨੇ, ਤੰਗ ਕਰਦੇ ਨੇ, ਮਨ ਦੇ ਵਿੱਚ ਵਾਸ਼ਨਾਵਾਂ ਉੱਠਦੀਆਂ ਨੇ। ਕਵਨ ਬਿਦ ਮਾਰਨੇ। ਫਿਰ ਉਹ ਜਾ ਕੇ ਹੋਰ ਗੁਰਮੁਖਾਂ ਨੂੰ, ਮਹਾਂਪੁਰਖਾਂ ਨੂੰ ਪੁੱਛਦੇ ਨੇ, ਦੱਸੋ ਜੀ ਇਹਨਾਂ 5 ਚੋਰਾਂ ਨੂੰ, ਇਹਨਾਂ ਧਾੜਵੀਆਂ ਨੂੰ, ਇਹਨਾਂ ਡਾਕੂਆਂ ਨੂੰ, ਇਹਨਾਂ ਭੂਤਨਿਆਂ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ? ਤੀਖਣ ਬਾਣ ਚਲਾਏ, ਨਾਮ ਪ੍ਰਭ ਧਿਆਈਐ। ਜਿਹੜੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਨੇ, ਜਿਨ੍ਹਾਂ ਨੇ ਇਹਨਾਂ ਵਿਕਾਰਾਂ ਨੂੰ ਵਸ ਕੀਤਾ ਹੋਇਆ। ਸ੍ਰੀ ਗੁਰ ਸ਼ਬਦ ਕਮਾਏ ਜਨ, ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਭਗਤ ਕਬੀਰ ਜੀ ਦੇ ਬਚਨੇ, ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੀਂ ਪਰਮ ਪਦ ਦੂਰੇ। ਜਿਨ੍ਹਾਂ ਨੇ 5 ਤੇ ਫਤਿਹ ਪ੍ਰਾਪਤ ਕਰ ਲਈ ਹੈ, ਫਿਰ ਉਹਨਾਂ ਨੂੰ ਜਾ ਕੇ ਰੱਬ ਦੇ ਪਿਆਰੇ ਜਗਿਆਸੂ ਪੁੱਛਦੇ ਨੇ, ਦੱਸੋ ਜੀ ਇਹਨਾਂ ਵਿਕਾਰਾਂ ਨੂੰ ਕਿਵੇਂ ਨਾਸ ਕਰੀਏ? ਉਹ ਅੱਗੋਂ ਕੀ ਜਵਾਬ ਦਿੰਦੇ ਨੇ? ਤੀਖਣ ਬਾਣ ਚਲਾਏ, ਇੱਕ ਤਿੱਖਾ ਤੀਰ ਛੱਡ ਦਿਓ। ਤਿੱਖਾ ਤੀਰ ਕਿਹੜਾ ਹੈ? ਨਾਮ ਪ੍ਰਭ ਧਿਆਈ ਹੈ। ਤੁਸੀਂ ਵਾਹਿਗੁਰੂ ਦੇ ਨਾਮ ਨੂੰ ਧਿਆਓ। ਜਦੋਂ ਤੁਹਾਡੀ ਸੁਰਤ ਨਾਮ ਦੇ ਨਾਲ ਜੁੜੇਗੀ, ਸੁਰਤ ਸ਼ਬਦ ਭਵ ਸਾਗਰ ਤਰੀਏ, ਫਿਰ ਇਹਨਾਂ ਵਿਕਾਰਾਂ ਤੋਂ ਖਹਿੜਾ ਛੁੱਟ ਸਕਦਾ ਹੈ। ਹਰ ਹਾਂ ਮਹਾਂ ਬਿਖਾਦੀ ਘਾਤ, ਪੂਰਨ ਗੁਰ ਪਾਈਐ। ਹਰ ਹਾਂ ਹੇ ਸਖੀ, ਹੇ ਭਾਈ, ਮਹਾਂ ਬਿਖਾਦੀ, ਜਿਹੜੇ ਬਹੁਤ ਬਿਖਾਦੀ ਝਗੜਾਲੂ, ਸਾਡੇ ਦੁਸ਼ਮਣ, ਜਿਹੜੇ ਹਰ ਵੇਲੇ ਸਾਡੇ ਗਲ ਪੈਂਦੇ ਨੇ, ਇਹਨਾਂ ਦਾ ਘਾਤ ਖਾਤਮਾ ਪੂਰਨ ਗੁਰ ਪਾਈਐ, ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਇਹਦਾ ਮਤਲਬ ਇਹ ਹੈ,
ਜਦੋਂ ਅਸੀਂ ਪੂਰੇ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ ਅਤੇ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਹਾਂ ਅਤੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਜਾਂਦੇ ਹਾਂ, ਫਿਰ ਇਹ ਜਿਹੜੇ ਬੜੇ ਦੁਸ਼ਟ ਵਿਖਾਦੀ, ਜਿਨ੍ਹਾਂ ਦਾ ਸੁਭਾਅ ਬੜਾ ਕੌੜਾ ਅਤੇ ਬੜਾ ਗੁਸੈਲਾ ਅਤੇ ਬੜਾ ਕ੍ਰੋਧੀ ਸੁਭਾਵ ਹੈ, ਲੜਾਈ ਝਗੜਾ ਕਰਨ ਨੂੰ ਤਿਆਰ ਹੀ ਰਹਿੰਦੇ ਨੇ। ਵਿਖਾਦੀ ਤੋਂ ਭਾਵ ਝਗੜਾਲੂ, ਜਿਹੜੇ ਬੜੇ ਝਗੜਾਲੂ ਨੇ, ਅਤੇ ਇਹਨਾਂ ਨੂੰ ਪੂਰੇ ਗੁਰੂ ਦੀ ਓਟ ਲੈ ਕੇ ਘਾਤ ਨਾਸ ਕੀਤਾ ਜਾ ਸਕਦਾ ਹੈ। ਸਤਿਗੁਰ ਕੀਨੀ ਦਾਤ ਮੂਲ ਨਾ ਨਿਖੁਟਈ। ਲਓ ਵੀ, ਸਾਡੇ ਦੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਗੁਰਬਾਣੀ ਦਾ ਅਤੇ ਵਾਹਿਗੁਰੂ ਦੇ ਨਾਮ ਦਾ ਅਖੁੱਟ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ। ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਾਹੀ ਰੇ ਮੁਖੇ। ਇਹ ਬਾਣੀ ਦਾ ਵੀ ਐਸਾ ਅਖੁੱਟ ਖਜ਼ਾਨਾ ਹੈ, ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਸਤਿਗੁਰੂ ਨੇ ਦਾਤ ਬਖਸ਼ਿਸ਼ ਕੀਤੀ ਹੈ ਨਾਮ ਦੀ, ਅੰਮ੍ਰਿਤ ਰੂਪ ਬਾਣੀ ਦੀ। ਮੂਲ ਨਾ ਨਖੁੱਟਈ, ਇਹਦੇ ਵਿੱਚ ਕਦੇ ਤੋਟਾ ਆਉਂਦਾ ਹੀ ਨਹੀਂ ਹੈ। ਖਾਵਹੁ ਪੁੰਚਹੁ ਸਭ ਗੁਰਮੁਖ ਛੁਟਈ। ਉਹ ਗੁਰਮੁਖੋ, ਸਾਰੇ ਤੁਸੀਂ ਇਸ ਅੰਮ੍ਰਿਤ ਭੋਜਨ ਨੂੰ, ਆਤਮਿਕ ਭੋਜਨ ਨੂੰ ਛਕੋ, ਅਤੇ ਪਹੁੰਚੋ ਦਾ ਅਰਥ ਹੈ ਛਕਾਓ, ਅਤੇ ਸਾਰੇ ਛੁੱਟ ਜਾਵੋਗੇ। ਜਿੰਨੇ ਵੀ ਤੁਸੀਂ ਅੰਮ੍ਰਿਤ ਨਾਮ ਭੋਜਨ ਨੂੰ ਛਕੋਗੇ ਅਤੇ ਛਕਾਓਗੇ, ਖਾਵੈ ਖਰਚਾ ਰਲ ਮਿਲ ਭਾਈ, ਅਤੇ ਫਿਰ ਸਾਰਿਆਂ ਦਾ ਪਾਰੋ ਤਾਰਾ ਹੋ ਜਾਵੇਗਾ। ਸਤਿਗੁਰੂ ਨੇ ਸਿੱਖੀ ਦੀ ਦਾਤ, ਇਹ ਵੀ ਅਮੋਲਕ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਸਿੱਖੀ ਦੇ ਨਾਲ ਅੰਮ੍ਰਿਤ ਦੀ ਦਾਤ, ਅੰਮ੍ਰਿਤ ਦੇ ਨਾਲ ਬਾਣੀ ਅਤੇ ਬਾਣੀ ਦੀ ਰਹਿਤ ਦੀ ਦਾਤ, ਇਹ ਵੀ ਐਸੀ ਅਮੋਲਕ ਹੈ ਜਿਹੜੀ ਕਦੇ ਮੁੱਕਣ ਵਾਲੀ ਨਹੀਂ ਹੈ। ਖਾਵੋ ਪਹੁੰਚੋ ਸਭ ਗੁਰਮੁਖੋ, ਸਾਰੇ ਰਲ ਮਿਲ ਕੇ ਛਕੋ ਛਕਾਓ, ਰੱਜ ਰੱਜ ਕੇ ਖਾਓ, ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਵੱਧ ਤੋਂ ਵੱਧ ਬਾਣੀ ਪੜ੍ਹੋ, ਵੱਧ ਤੋਂ ਵੱਧ ਸਿਮਰਨ ਕਰੋ, ਗੁਰਮੁਖੋ ਛੁੱਟ ਜਾਵੋਗੇ। ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ। ਲਓ, ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ, ਤੁਸ ਦਾ ਅਰਥ ਹੈ ਤਰੁੱਠਦਾ ਹੈ, ਜਿਨ੍ਹਾਂ ਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ। ਅੰਮ੍ਰਿਤ ਨਾਮ ਨਿਧਾਨ, ਜਿਹੜਾ ਅੰਮ੍ਰਿਤ ਰੂਪ ਨਾਮ ਦਾ ਖਜ਼ਾਨਾ ਦਿੱਤਾ, ਉਹਨਾਂ ਨੂੰ ਦੇ ਦਿੰਦਾ ਹੈ। ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਅੰਮ੍ਰਿਤ ਨਾਮ ਦਾ ਖਜ਼ਾਨਾ ਪ੍ਰਸੰਨ ਹੋ ਕੇ ਦੇ ਦਿੱਤਾ ਹੈ, ਉਹ ਕਦੀ ਫਿਰ ਮੁੱਕਦਾ ਨਹੀਂ ਹੈ। ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਜੀਵ ਸਦਾ ਅਰਾਧ, ਤੂੰ ਹਰ ਵੇਲੇ ਵਾਹਿਗੁਰੂ ਨੂੰ ਆਰਾਧਿਆ ਕਰ, ਹਰ ਵੇਲੇ ਵਾਹਿਗੁਰੂ ਨੂੰ ਯਾਦ ਕਰਿਆ ਕਰ। ਇਹਦਾ ਫਲ ਕੀ ਹੋਵੇਗਾ? ਕਦੇ ਨਾ ਜਾਹੇ ਮਰ, ਤੂੰ ਕਦੇ ਮਰੇਗਾ ਨਹੀਂ। ਵਾਹਿਗੁਰੂ ਦਾ ਸਿਮਰਨ ਤੈਨੂੰ ਆਤਮਿਕ ਜੀਵਨ ਬਖਸ਼ਿਸ਼ ਕਰੇਗਾ, ਅਤੇ ਜਿਹੜਾ ਆਤਮਿਕ ਜੀਵਨ ਹੈ ਉਹ ਕਦੀ ਨਾਸ਼ ਨਹੀਂ ਹੁੰਦਾ। ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਤਾ ਵਾਲੀ ਅਵਸਥਾ ਪ੍ਰਾਪਤ ਹੋ ਜਾਵੇਗੀ। ਜਿੱਥੈ ਜਾਏ ਭਗਤ ਸੋ ਥਾਨ ਸੁਹਾਵਣਾ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿੱਥੇ ਰੱਬ ਦੇ ਭਗਤ, ਭਗਤ ਚਾਰ ਪ੍ਰਕਾਰ ਦੇ ਹੁੰਦੇ ਨੇ, ਆਰਤ ਭਗਤ, ਅਰਥਾ ਅਰਥੀ ਭਗਤ, ਪ੍ਰੇਮੀ ਭਗਤ ਅਤੇ ਗਿਆਨੀ ਭਗਤ। ਜਿੱਥੇ ਰੱਬ ਦੇ ਪਿਆਰੇ ਚਲੇ ਜਾਂਦੇ ਨੇ, ਜਿੱਥੇ ਜਾ ਕੇ ਆਪਣੇ ਪਵਿੱਤਰ ਚਰਨ ਪਾ ਦਿੰਦੇ ਨੇ, ਸੋ ਥਾਨ ਸੁਹਾਵਣਾ, ਉਹ ਸਥਾਨ ਸੁਹਾਵਣਾ ਤੀਰਥ ਬਣ ਜਾਂਦਾ ਹੈ। ਸਗਲੇ ਹੋਏ ਸੁਖ ਹਰ ਨਾਮ ਧਿਆਵਣਾ। ਮਹਾਂਪੁਰਖ ਉੱਥੇ ਬੈਠ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਥਾਂ ਚਾਹੇ ਕੋਈ ਵੀ ਹੋਵੇ, ਜੰਗਲਾਂ ਵਿੱਚ ਵੀ ਮੰਗਣ ਲੱਗ ਜਾਂਦੇ ਨੇ, ਉੱਥੇ ਹੜੰਬਾ ਧਰਤੀ ਵੀ ਬੈਕੁੰਠ ਬਣ ਜਾਂਦੀ ਹੈ। ਸਗਲੇ ਹੋਏ ਸੁੱਖ, ਉੱਥੇ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਜੀ ਕਾਰਨ ਜੈਕਾਰ ਨਿੰਦਕ ਮੂਏ ਪਚ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿੱਥੇ ਰੱਬ ਦੇ ਪਿਆਰੇ ਬੈਠ ਕੇ ਰੱਬ ਦਾ ਸਿਮਰਨ ਕਰਦੇ ਹਨ, ਅਤੇ ਉਹਨਾਂ ਦੀ ਸੰਗਤ ਕਰਨ ਵਾਲੇ ਜਿੰਨੇ ਵੀ ਜੀਵ ਪ੍ਰੇਮੀ ਹੁੰਦੇ ਨੇ, ਸੰਗੀ ਹੁੰਦੇ ਨੇ, ਉਹ ਵੀ ਸਾਰੇ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਲੱਗ ਜਾਂਦੇ ਨੇ। ਉਹ ਵੀ ਰੱਬ ਦੀ ਸਿਫਤ ਸਲਾਹ ਕੀਰਤਨ ਭਗਤੀ ਨਾਲ ਜੁੜ ਜਾਂਦੇ ਨੇ। ਨਿੰਦਕ ਮੋਏ ਪਾ, ਜਿਹੜੇ ਉਹਨਾਂ ਦੇ ਨਿੰਦਕ ਨੇ, ਉਹ ਪਚ ਪਚ ਕੇ ਸੜ ਗਲ ਕੇ ਖਤਮ ਹੋ ਜਾਂਦੇ ਹਨ। ਸਾਜਨ ਮਨ ਆਨੰਦ ਨਾਨਕ ਨਾਮ ਜਪ। ਜਿਹੜੇ ਸੱਜਣ, ਉਹਨਾਂ ਦੇ ਨਾਲ ਦਿਲੋਂ ਪਿਆਰ ਕਰਨ ਵਾਲੇ ਮਹਾਂਪੁਰਖ ਨੇ, ਮਹਾਂਪੁਰਖਾਂ ਦੇ ਸ਼ਰਧਾਲੂ, ਉਹ ਮਨ ਵਿੱਚ ਆਨੰਦ ਪ੍ਰਾਪਤ ਕਰ ਲੈਂਦੇ ਨੇ। ਕਿਵੇਂ? ਨਾਨਕ ਨਾਮ ਜਪ।
ਉਹ ਨਾਮ ਜਪਣ ਲੱਗ ਜਾਂਦੇ ਨੇ। ਜਿਹੜੇ ਮਹਾਂਪੁਰਖ ਆਪ ਨਾਮ ਜਪਦੇ ਨੇ, ਜਿਹੜੇ ਉਹਨਾਂ ਦੇ ਸੰਗੀ ਨੇ, ਉਹ ਵੀ ਨਾਮ ਜਪਣ ਲੱਗ ਜਾਂਦੇ ਨੇ ਅਤੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਉਹਨਾਂ ਸੱਜਣਾ ਗੁਰਮੁਖ ਪਿਆਰਿਆਂ ਦੇ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਜਾਂਦਾ ਹੈ। ਪਾਵਨ ਪਤਤ ਪੁਨੀਤ ਕਤਹਿ ਨਹੀਂ ਸੇਵੀਐ। ਗਰੀਬ ਨਿਵਾਜ ਸਤਿਗੁਰੂ ਜੀ ਮਨੁੱਖ ਦੀ ਪ੍ਰਮਾਦੀ ਹਾਲਤ ਦੱਸਦੇ ਨੇ। ਪੁਨੀਤ, ਉਹ ਵਾਹਿਗੁਰੂ ਬਹੁਤ ਪਵਿੱਤਰ ਹੈ। ਆਪਾਂ 3 ਵਾਰੀ ਪਵਿੱਤਰ ਕਹਿਣਾ ਹੋਵੇ ਨਾ, ਉਹਦੇ ਲਈ ਪੁਨੀਤ ਸ਼ਬਦ ਵਰਤਿਆ ਜਾਂਦਾ। ਉਹ ਵਾਹਿਗੁਰੂ ਪੁਨੀਤ ਬਹੁਤ ਹੀ ਪਵਿੱਤਰ ਹੈ। ਨਿਰਮਲ ਨਿਰਮਲ, ਸੂਚਾ ਸੂਚੋ, ਸੂਚਾ ਸੂਚੋ ਸੂਚਾ, ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਪਾਵਨ ਪਤਤ ਪੁਨੀਤ, ਉਹ ਪੁਨੀਤ ਵਾਹਿਗੁਰੂ ਮਹਾਨ ਪਵਿੱਤਰ ਹੈ ਅਤੇ ਪਾਪੀਆਂ ਨੂੰ ਵੀ ਪਾਵਨ ਪਵਿੱਤਰ ਕਰ ਦਿੰਦਾ ਹੈ। ਕਤਹਿ ਨਹੀਂ ਸੇਵੀ ਹੈ, ਪਰ ਮਨੁੱਖ ਐਸਾ ਪ੍ਰਮਾਦੀ ਹੈ, ਕਦੇ ਉਸ ਮਾਲਕ ਦੀ ਸੇਵਾ ਨਹੀਂ ਕਰਦਾ, ਉਹਦੀ ਟਹਿਲ ਭਗਤੀ ਨਹੀਂ ਕਰਦਾ। ਝੂਠੈ ਰੰਗ ਖੁਆਰ ਕਹਾਂ ਲੱਗ ਖੇਵੀਐ। ਆ ਜਿਹੜੇ ਮਾਇਆ ਦੇ ਵਿਸ਼ਿਆਂ ਦੇ ਨਸ਼ਿਆਂ ਦੇ ਝੂਠੇ ਰੰਗ ਨੇ, ਉਹਨਾਂ ਵਿੱਚ ਹੀ ਖੱਜਲ ਖੁਆਰ ਹੁੰਦਾ ਰਹਿੰਦਾ। ਕਹਾਂ ਲੱਗ ਖੇਵੀ ਹੈ, ਕਿੰਨਾ ਕੁ ਚਿਰ ਇਹਨਾਂ ਨਸ਼ਿਆਂ ਵਿਸ਼ਿਆਂ ਦੇ ਵਿੱਚ ਪੈ ਕੇ ਤੁਸੀਂ ਦੁੱਖ ਸਹਾਰਦੇ ਰਹੋਗੇ। ਨਰਕਾਂ ਦੇ ਦੁੱਖ, 84 ਲੱਖ ਜੂਨਾਂ ਦੇ ਦੁੱਖ ਕਿੰਨਾ ਕੁ ਚਿਰ ਸਹਾਰੋਗੇ। ਭਾਵ ਜੇ ਤੁਸੀਂ ਇਹਨਾਂ ਦੁੱਖਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਫਿਰ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ, ਉਹਦੀ ਭਗਤੀ ਕਰਿਆ ਕਰੋ। ਝੂਠਾ ਰੰਗ ਖੁਆਰ ਕਹਾਂ ਲੱਗ ਖੇਵੀਐ। ਖੇਵੀਐ ਦਾ ਦੂਜਾ ਅਰਥ ਇਹ ਵੀ ਕੀਤਾ ਵਿਦਵਾਨਾਂ ਨੇ ਵੀ ਝੂਠੇ ਰੰਗਾਂ ਦੇ ਵਿੱਚ ਤੁਸੀਂ ਖੱਜਲ ਖੁਆਰ ਹੋ ਸਕਦੇ ਹੋ, ਇਹਦੇ ਨਾਲ ਸੁੱਖ ਨਹੀਂ ਮਿਲਦਾ। ਕਹਾਂ ਲੱਗ ਖੇਵੀਐ, ਆਪਣੇ ਜੀਵਨ ਦੀ ਬੇੜੀ ਨੂੰ ਕਿੱਥੋਂ ਤੱਕ ਤੁਸੀਂ ਚਲਾ ਸਕਦੇ ਹੋ। ਭਾਵ ਨਸ਼ਿਆਂ ਵਿਸ਼ਿਆਂ ਦੇ ਆਸਰੇ ਜ਼ਿੰਦਗੀ ਬਹੁਤਾ ਚਿਰ ਨਹੀਂ ਚੱਲ ਸਕਦੀ। ਇਹਦੇ ਵਿੱਚ ਤੇ ਜਿਹੜਾ ਬਹੁਤਾ ਨਸ਼ਿਆਂ ਵਿੱਚ ਪੈ ਜਾਂਦਾ ਹੈ, ਥੋੜ੍ਹੇ ਸਮੇਂ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ। ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਆਹ ਜਿਹੜਾ ਸੋਹਣਾ ਅਤੇ ਮਨਮੋਹਣਾ ਸੰਸਾਰ ਹੈ, ਆਹ ਜਿਹੜੀ ਆਪਾਂ ਦੁਨੀਆ ਦੇਖ ਰਹੇ ਹਾਂ ਨਾ, ਹਰ ਚੰਦੌਰੀ ਹਰੀ ਚੰਦ ਦੀ ਨਗਰੀ ਹੈ। ਇਹ ਇੱਕ ਗੰਧਰਵਾ ਨਗਰੀ ਹੈ, ਇਹ ਇੱਕ ਦੇਖਣ ਮਾਤਰੀ ਹੈ, ਇਹਦੇ ਵਿੱਚ ਕੱਢਣ ਪਾਉਣ ਨੂੰ ਕੱਖ ਨਹੀਂ ਹੈ। ਹਰ ਚੰਦੌਰੀ ਦਾ ਅਰਥ ਹਰੀ ਚੰਦ ਦੀ ਨਗਰੀ। ਹਰੀ ਚੰਦ ਕਾਂਸ਼ੀ ਦਾ ਰਾਜਾ ਹੋਇਆ, ਦਾਨੀ ਸੀ। ਉਸ ਦੇ ਮਨ ਦੇ ਵਿੱਚ ਇੱਛਾ ਹੋਈ ਕਿ ਮੈਂ ਸਾਰੀ ਨਗਰੀ ਨੂੰ ਸਵਰਗ ਵਿੱਚ ਲੈ ਕੇ ਜਾਵਾਂ, ਅਤੇ ਉਸ ਨਗਰੀ ਦੇ ਵਿੱਚ ਮਨੁੱਖ ਵੀ ਸਨ, ਪਸ਼ੂ ਪੰਛੀ ਵੀ ਸਨ। ਅਤੇ ਜਦੋਂ ਸਾਰਿਆਂ ਨੂੰ ਨਾਲ ਲੈ ਕੇ ਕਹਿੰਦੇ ਆਕਾਸ਼ ਵੱਲ ਨੂੰ ਉੱਡਿਆ, ਅਤੇ ਰਸਤੇ ਵਿੱਚ ਜਾਂਦਿਆਂ ਇੱਕ ਗਧਾ ਹੀਂਗ ਪਿਆ। ਜਦੋਂ ਗਧਾ ਹੀਂਗਿਆ ਅਤੇ ਹਰੀ ਚੰਦ ਦੇ ਮਨ ਵਿੱਚ ਹੰਕਾਰ ਪੈਦਾ ਹੋ ਗਿਆ। ਉਹ ਹਰੀ ਚੰਦਾ, ਤੇਰੇ ਵਰਗਾ ਦਾਨੀ, ਤੇਰੇ ਵਰਗਾ ਧਰਮੀ ਬੰਦਾ ਹੋਰ ਕੌਣ ਹੋ ਸਕਦਾ ਹੈ, ਜਿਹਦੇ ਗਧੇ ਵੀ ਸਵਰਗਾਂ ਨੂੰ ਜਾ ਰਹੇ ਨੇ। ਬਸ ਹੰਕਾਰਿਆ ਸੋ ਮਾਰਿਆ। ਫਿਰ ਉੱਥੇ ਹੀ ਹੁਕਮ ਹੋ ਗਿਆ ਦਰਗਾਹੇ ਵੀ ਤੂੰ ਹੁਣ ਸਵਰਗਾਂ ਵਿੱਚ ਨਹੀਂ ਆ ਸਕਦਾ। ਉਹ ਰਸਤੇ ਵਿੱਚ ਹੀ ਆ, ਜਦੋਂ ਸ਼ਾਮ ਨੂੰ ਬੱਦਲਾਂ ਦਾ ਪਰਛਾਵਾਂ ਜਿਹਾ ਦਿਖਾਈ ਦਿੰਦਾ ਜਾਂ ਬੱਦਲਾਂ 'ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਅਤੇ ਝੋਲਾ ਝੋਲਾ ਜਿਵੇਂ ਕੋਈ ਸ਼ਹਿਰ, ਕੋਈ ਮਹਾਨਗਰ ਵਸ ਰਿਹਾ ਹੁੰਦਾ, ਉਹ ਇੱਕ ਪ੍ਰਤੀਤ ਹੁੰਦਾ ਪ੍ਰਤੀਤੀ ਮਾਤਰੀ ਹੈ। ਬੱਦਲਾਂ ਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਣ ਦੇ ਨਾਲ ਉਹ ਬੱਦਲਾਂ ਦੇ ਪਰਛਾਵੇਂ ਘੁੱਗ ਵਾਸਤੇ ਮਹਾਨਗਰ ਵਾਂਗੂ ਪ੍ਰਤੀਤ ਹੁੰਦੇ ਨੇ। ਇਹਨੂੰ ਹਰ ਚੰਦੌਰੀ ਕਹਿੰਦੇ ਨੇ। ਜਾਂ ਹਰ ਚੰਦੌਰੀ ਦਾ ਅਰਥ ਭਾਵ ਅਰਥ ਹਵਾਈ ਕਿਲੇ। ਇਹ ਸੰਸਾਰ ਝੂਠਾ ਹੈ, ਹਵਾਈ ਕਿਲੇ ਆਪਾਂ ਇਹਦੇ ਵਿੱਚ ਉਸਾਰਦੇ ਹਾਂ। ਹੈ ਸਭ ਕੁਝ ਨਾਸਵੰਤ, ਦ੍ਰਿਸ਼ਟਮਾਨ ਹੈ ਸਗਲ ਮਥੀਨਾ। ਇਸ ਹਰ ਚੰਦੌਰੀ ਹਰੀ ਚੰਦ ਦੀ ਨਗਰੀ ਨੂੰ ਵੇਖ ਕੇ, ਭਾਵ ਝੂਠੇ ਸੰਸਾਰ ਨੂੰ ਵੇਖ ਕੇ ਕਾਹੇ ਸੁੱਖ ਮਾਨਿਆ। ਤੁਸੀਂ ਕਾਹਦੇ ਲਈ ਇਸ ਨੂੰ ਸੁੱਖ ਰੂਪ ਮੰਨੀ ਬੈਠੇ ਹੋ। ਹਰ ਹਾਂ ਹੋਂ ਬਲਿਹਾਰੀ ਤਿੰਨ ਜੇ ਦਰਗਹਿ ਜਾਣਿਆ। ਹਰ ਹਾਂ ਹੇ ਸਖੀ, ਹੇ ਭਾਈ, ਅਸੀਂ ਉਹਨਾਂ ਤੋਂ ਬਲਿਹਾਰ ਜਾਣੇ ਹਾਂ ਜੇ ਦਰਗਹਿ ਜਾਣੇ ਹਾਂ। ਵੀ ਜਿਹੜੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਜਾਣਿਆਂ ਦਾ ਅਰਥ ਵੀ ਜਾਣੇ ਗਏ ਨੇ, ਜਿਨ੍ਹਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਨ ਸਨਮਾਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਦੀ ਰੱਬ ਦੀ ਦਰਗਾਹ ਦੇ ਵਿੱਚ ਵੀ ਜਾਣ ਪਛਾਣ ਹੁੰਦੀ ਹੈ, ਐਸੇ ਜਿਹੜੇ ਰੱਬ ਦੇ ਪਿਆਰੇ ਨੇ, ਅਸੀਂ ਉਹਨਾਂ ਤੋਂ ਬਲਿਹਾਰ ਜਾਣੇ ਹਾਂ।
ਕਿਸੇ ਕਵੀ ਨੇ ਲਿਖਿਆ, ਧੰਨ ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਜਨਕ ਰਾਜਾ ਜਦੋਂ ਬੈਕੁੰਠ ਨੂੰ ਜਾਣ ਲੱਗਿਆ, ਕਹਿੰਦਾ ਮੈਨੂੰ ਨਰਕਾਂ ਅਤੇ ਸਵਰਗਾਂ ਵੱਲ ਦੀ ਲੈ ਕੇ ਜਾਇਓ। ਜਦੋਂ ਨਰਕਾਂ ਵੱਲ ਲੈ ਕੇ ਗਏ, 96 ਕਰੋੜ ਜੀਵ ਉਸ ਵੇਲੇ ਨਰਕਾਂ ਦੇ ਵਿੱਚ ਸੜ ਰਹੇ ਸਨ। ਉਹਨਾਂ ਨੂੰ ਵੇਖ ਕੇ ਜਨਕ ਰਾਜੇ ਦੇ ਮਨ ਵਿੱਚ ਦਇਆ ਆਈ। ਧਰਮਰਾਜ ਨੂੰ ਕਹਿਣ ਲੱਗਾ, ਇੰਨਾ ਜ਼ੁਲਮ ਤੂੰ ਇਹਨਾਂ 'ਤੇ ਕਿਉਂ ਕਰ ਰਿਹਾ ਹੈ? ਇਹਨਾਂ ਨੂੰ ਨਰਕਾਂ ਤੋਂ ਬਾਹਰ ਕੱਢ। ਉਹ ਕਹਿੰਦਾ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੇਵਾਦਾਰ ਹਾਂ, ਮੇਰੀ ਡਿਊਟੀ ਹੈ। ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ। ਦਿਵਸ ਰਹਿਣ ਤੇਰੇ ਪਾਏ ਪਲੋਸੋਂ, ਕੇਸ ਚਵਰ ਕਰ ਫੇਰੀ। ਮੈਂ ਆਪਣੇ ਆਪ ਨਹੀਂ ਰਿਹਾ ਕਰ ਸਕਦਾ। ਤੁਸੀਂ ਰੱਬ ਦੇ ਭਗਤ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਜੇ ਵਾਹਿਗੁਰੂ ਹੁਕਮ ਕਰੇਗਾ ਤਾਂ ਫਿਰ ਮੈਂ ਇਹਨਾਂ ਨੂੰ ਰਿਹਾ ਕਰ ਦੇਵਾਂਗਾ। ਜਨਕ ਰਾਜੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕੀਤੀ, ਵਾਹਿਗੁਰੂ ਨੂੰ ਯਾਦ ਕੀਤਾ ਅਤੇ ਆਖਿਆ, ਸੱਚੇ ਪਾਤਸ਼ਾਹ ਇਹਨਾਂ ਪਾਪੀ ਜੀਵਾਂ ਨੂੰ ਮੁਕਤੀ ਪ੍ਰਦਾਨ ਕਰ। ਅਤੇ ਉਸੇ ਵੇਲੇ ਅਕਾਲ ਪੁਰਖ ਨੇ ਹੁਕਮ ਕਰ ਦਿੱਤਾ, ਭਾਈ ਸਾਰਿਆਂ ਨੂੰ ਨਰਕਾਂ ਤੋਂ ਬਾਹਰ ਕੱਢ ਦਿੱਤਾ ਜਾਵੇ। ਇਹ ਹੈ ਦਰਗਾਹ ਦੀ ਜਾਣ ਪਛਾਣ। ਹਾਜ਼ੂਰ ਕਹਿੰਦੇ ਨੇ ਵੀ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਦੀ ਦਰਗਾਹ ਦੇ ਵਿੱਚ ਵੀ ਜਾਣ ਪਛਾਣ ਹੋ ਜਾਂਦੀ ਹੈ। ਕੀਨੇ ਕਰਮ ਅਨੇਕ, ਗਵਾਰ ਬੇਕਾਰ ਘਨ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਗਵਾਰ ਇਹ ਜਿਹੜਾ ਮੂਰਖ ਜੀਵ ਹੈ, ਇਸ ਨੇ ਜਿੰਨੇ ਵੀ ਕੰਮ ਕੀਤੇ ਨੇ ਅਨੇਕਾਂ ਕਰਮ ਕੀਤੇ ਨੇ, ਪਰ ਕਿਹੜੇ ਕਰਮ ਕੀਤੇ ਨੇ? ਬੇਕਾਰ ਘਨ। ਘਨ ਦਾ ਅਰਥ ਹੈ ਬਹੁਤੇ ਬੇਕਾਰ ਕੰਮ ਹੀ ਕੀਤੇ ਨੇ। ਬੇਕਾਰ ਕੰਮ, ਜਿਹੜੇ ਫਜ਼ੂਲ ਕੰਮ, ਜਿਨ੍ਹਾਂ ਦਾ ਕੋਈ ਲਾਭ ਨਾ ਹੋਵੇ। ਦੂਸਰਾ ਬੇਕਾਰ ਦਾ ਅਰਥ ਹੈ ਖੋਟੇ ਕੰਮ, ਉਲਟੇ ਕੰਮ, ਜਿਨ੍ਹਾਂ ਨੂੰ ਕਹਿੰਦੇ ਪੁੱਠੇ ਕੰਮ ਕਰਦੇ ਫਿਰਦੇ ਹੋ। ਕੀਨੇ ਕਰਮ ਅਨੇਕ ਗਵਾਰ ਬੇਕਾਰ ਘਨ, ਵੀ ਇਸ ਮੂਰਖ ਜੀਵ ਨੇ ਅਨੇਕਾਂ ਕਰਮ ਕੀਤੇ ਨੇ, ਪਰ ਬਹੁਤੇ ਉਹਨਾਂ ਵਿੱਚ ਬੇਕਾਰ, ਬੇਫਜ਼ੂਲ ਅਤੇ ਪੁੱਠੇ ਕੰਮ, ਉਲਟੇ ਕੰਮ ਹੀ ਸਨ। ਮਹਾ ਦੁਰਗੰਧਤ ਵਾਸ, ਸਠ ਕਾ ਸ਼ਾਰ ਤਨ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਨੇ, ਮਹਾ ਦੁਰਗੰਧਤ ਵਾਸ, ਜਿਹੜੀ ਬਹੁਤ ਦੁਰਗੰਧੀ ਵਾਲਾ ਸਥਾਨ ਹੈ, ਉੱਥੇ ਵਸਦੇ ਨੇ। ਇਹਦਾ ਮਤਲਬ ਕੀ ਹੈ? ਨਸ਼ਿਆਂ ਵਿਸ਼ਿਆਂ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਦੇ ਨੇ। ਨਵਾਲਿਆਂ ਪਿਆਲਿਆਂ ਦੇ ਵਿੱਚ ਉਹ ਆਪਣੇ ਜੀਵਨ ਨੂੰ ਬਰਬਾਦ ਕਰਦੇ ਨੇ। ਦੁਰਗੰਧੀ ਵਾਲੇ ਸਾਰੇ ਪਦਾਰਥ ਨੇ, ਜੋ ਮਹਾ ਦੁਰਗੰਧੀ ਵਾਲੇ ਪਦਾਰਥ ਨੇ, ਉਹਨਾਂ ਵਿੱਚ ਉਹਨਾਂ ਦਾ ਵਾਸਾ ਹੁੰਦਾ ਹੈ। ਸਠ ਕਾ ਸ਼ਾਰ ਤਨ, ਫਿਰ ਮੂਰਖ ਦਾ ਤਨ ਸ਼ਾਰ, ਖਾਕ ਦੀ ਢੇਰੀ ਬਣ ਜਾਂਦਾ ਹੈ। ਫਿਰ ਤੋ ਗਰਭ ਗੁਬਾਰ, ਮਰਨ ਨਹਿ ਜਾਣਈ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਮਾਇਆ ਧਾਰੀ ਹੰਕਾਰੀ ਮਨੁੱਖ ਹੈ, ਫਿਰ ਤੋਂ ਗਰਭ ਗਬਾਰ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲਕ ਝੋਲਾ। ਉਹ ਹੰਕਾਰ ਦੇ ਕੁੱਪ ਹਨੇਰੇ ਵਿੱਚ ਹੀ ਠੋਕਰਾਂ ਖਾਂਦਾ ਫਿਰਦਾ। ਮਰਨ ਨਹਿ ਜਾਣੀ, ਉਹਨੂੰ ਮਰਨਾ ਵੀ ਭੁੱਲ ਜਾਂਦਾ ਹੈ, ਉਹ ਮਰਨਾ ਵੀ ਯਾਦ ਨਹੀਂ ਰੱਖਦਾ। ਹਰ ਹਾਂ ਹਰ ਚੰਦੌਰੀ ਪੇਖ, ਕਾਹੇ ਸੱਚ ਮਾਨਈ। ਹਰ ਹਾਂ ਹੇ ਸਖੀ, ਹੇ ਭਾਈ ਹਰੀ ਚੰਦ ਦੀ ਨਗਰੀ ਨੂੰ ਵੇਖ ਕੇ, ਭਾਵ ਹਵਾਈ ਕਿਲਿਆਂ ਨੂੰ ਵੇਖ ਕੇ ਕਾਹਦੇ ਲਈ ਸੱਚਾ ਮੰਨੀ ਬੈਠਾ ਹੈ? ਇਹ ਸਾਰਾ ਸੰਸਾਰ ਨਾਸਵੰਤ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਤੂੰ ਕਾਹਦੇ ਲਈ ਇਸ ਦੇ ਮੋਹ ਦੇ ਵਿੱਚ ਫਸਿਆ ਹੋਇਆ? ਤੂੰ ਇਸ ਝੂਠੇ ਸੰਸਾਰ ਨੂੰ ਕਾਹਦੇ ਲਈ ਸੱਚਾ ਮੰਨੀ ਬੈਠਾ ਹੈ? ਜਿਸ ਕੀ ਪੂਜੈ ਔਦ, ਤਿਸੈ ਕੌਣ ਰਾਖਈ। ਲੋ ਗਰੀਬ ਨਵਾਜ਼ ਸਤਿਗੁਰੂ ਜੀ ਅੱਗੇ ਜਿਹੜੇ ਅਗਲੇ ਸ਼ਲੋਕ ਦੇ ਵਿੱਚ ਵੀ ਕਹਿੰਦੇ ਨੇ, ਵਧੀ ਦਾ ਇਲਾਜ ਹੁੰਦਾ, ਘਟੀ ਦਾ ਕੋਈ ਇਲਾਜ ਨਹੀਂ ਹੋ ਸਕਦਾ। ਚਾਹੇ ਕੋਈ ਕਰੋੜਾਂ ਅਰਬਾਂ ਪਤੀ ਵੀ ਕਿਉਂ ਨਾ ਹੋਣ, ਪਰ ਜਦੋਂ ਮੌਤ ਆਉਂਦੀ ਹੈ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬਡਾਨੀ ਰੇ। ਜਿਸ ਕੀ ਪੂਜਾ ਔਦ, ਜਿਸ ਦੀ ਉਮਰ ਦੀ ਔਦ, ਪੂਜਾ ਦਾ ਅਰਥ ਵੀ ਪੁੱਗ ਜਾਂਦੀ ਹੈ। ਤਿਸੈ ਕੌਣ ਰਾਖੀ, ਫਿਰ ਉਹਨੂੰ ਕੌਣ ਬਚਾ ਕੇ ਰੱਖ ਸਕਦਾ ਹੈ? ਭਾਵ ਜਿਸ ਦੀ ਸਾਰੀ ਉਮਰ ਪੂਰੀ ਹੋ ਜਾਂਦੀ ਹੈ। ਗਣ ਕਾਲੇ ਸਭ ਦਿਵਸ ਆਸਨ, ਬਟਨ ਘਟਨ ਤਿਲ ਸਾਰ। ਅਸੀਂ ਮਰਨਾ ਲਿਖਾ ਕੇ ਆਏ ਹਾਂ ਸੰਸਾਰ ਵਿੱਚ। ਜਦੋਂ ਸਾਡੀ ਮੋਹਲਤ ਪੂਰੀ ਹੋ ਜਾਂਦੀ, ਜਿਸ ਕੀ ਪੂਜਾ ਔਦ, ਜਦੋਂ ਸਾਡੀ ਉਮਰ ਦੀ
ਨੌਬਤ ਪੁੱਗ ਜਾਂਦੀ ਹੈ, ਭਾਵ ਜਦੋਂ ਸਾਡੀ ਉਮਰ ਪੂਰੀ ਹੋ ਜਾਂਦੀ ਹੈ, ਅੰਨ ਦਾ ਸਮਾਂ ਆਉਂਦਾ ਹੈ, ਫਿਰ ਉਸ ਵੇਲੇ ਕੌਣ ਸਾਨੂੰ ਰੱਖ ਸਕਦਾ? ਕੋਈ ਵੀ ਨਹੀਂ ਰੱਖ ਸਕਦਾ। ਵੈਦਕ ਅਨਕ ਉਪਾਵ ਕਹਾਂ ਲਓ ਭਾਖਈ। ਜਦੋਂ ਆਦਮੀ ਬਿਮਾਰ ਹੁੰਦਾ ਨਾ, ਜਾਂ ਕਿਸੇ ਨੂੰ ਕੋਈ ਅਟੈਕ ਹੋ ਜਾਂਦਾ ਹੈ, ਫਿਰ ਉਹਨਾਂ ਨੂੰ ਡਾਕਟਰਾਂ ਕੋਲ ਲੈ ਕੇ ਜਾਂਦੇ ਆ। ਕਈ ਵੈਦਾਂ ਕੋਲ, ਕਈ ਹਕੀਮਾਂ ਕੋਲ ਲੈ ਕੇ ਜਾਂਦੇ ਨੇ, ਕਈ ਦੇਸੀ ਦਵਾਈਆਂ, ਕੋਈ ਐਲੋਪੈਥੀ, ਕੋਈ ਹੋਮਿਓਪੈਥੀ, ਕੋਈ ਆਯੁਰਵੈਦਿਕ ਦੇ ਇਲਾਜ ਦੱਸਦੇ ਨੇ। ਵੈਦਕ ਅਨਕ ਉਪਾਵ, ਜਿਹੜੇ ਵੈਦਿਕ ਮਤ ਅਨੁਸਾਰ ਹਿਕਮਤ ਦੇ ਅਨੇਕਾਂ ਤਰ੍ਹਾਂ ਦੇ ਜਿਹੜੇ ਉਪਾਅ ਯਤਨ ਨੇ, ਫਾਰਮੂਲੇ ਨੇ, ਨੁਸਖੇ ਨੇ, ਕਹਾਂ ਲੋ ਪਾਕੀ, ਕਿੰਨੇ ਕੋਈ ਦੱਸੀ ਜਾਵੇ। ਤੁਸੀਂ ਜੀ ਆਹ ਦਵਾਈ ਵਰਤ ਲਵੋ, ਆਹ ਫਾਰਮੂਲਾ ਵਰਤ ਲਵੋ, ਇਹਦੇ ਨਾਲ ਆਰਾਮ ਆ ਜਾਵੇਗਾ। ਅੱਜ ਕੱਲ੍ਹ ਤੁਸੀਂ ਵੇਖਦੇ ਹੋ, ਅਤੇ ਜਿੰਨੇ ਵੀ ਸਿਆਣੇ ਬੰਦੇ ਨੇ ਉਹ ਕਹਿੰਦੇ ਨੇ ਤੁਸੀਂ ਦੇਸੀ ਇਲਾਜ ਕਰਵਾਓ, ਇਹਦੇ ਨਾਲ ਆਰਾਮ ਆ ਜਾਂਦਾ ਹੈ। ਕੋਈ ਕਹਿੰਦਾ ਹੋਮਿਓਪੈਥੀ ਕਰਵਾ ਲਓ, ਕੋਈ ਦੂਸਰਾ ਇਲਾਜ ਕਰਵਾਉਂਦੇ ਹਨ ਐਲੋਪੈਥੀ ਦਾ। ਲੋ ਗਰੀਬਨ ਵਾਲ ਸਤਿਗੁਰੂ ਜੀ ਕਹਿੰਦੇ ਨੇ ਬਹੁਤ ਹਿਕਮਤ ਦੇ ਹਿਸਾਬ ਦੇ ਨਾਲ ਅਨੇਕਾਂ ਤਰ੍ਹਾਂ ਦੇ ਇਲਾਜ ਦੱਸੇ ਜਾਂਦੇ ਨੇ। ਕੋਈ ਕਿੱਥੋਂ ਤੱਕ ਇਲਾਜ ਦੱਸੇਗਾ? ਵਧੀ ਦਾ ਇਲਾਜ ਹੁੰਦਾ, ਘਟੀ ਦਾ ਕੋਈ ਇਲਾਜ ਕਿਸੇ ਕੋਲ ਨਹੀਂ ਹੈ। ਏਕੋ ਚੇਤ ਗਵਾਰ ਕਾਜ ਤੇਰੇ ਆਵਈ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਮੂਰਖਾ ਇੱਕ ਵਾਹਿਗੁਰੂ ਨੂੰ ਚੇਤੇ ਕਰ। ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟਾ ਜਮ ਕੀ ਫੰਦਾ। ਬਈ ਗੁਰੂ ਵੈਦ ਨੇ, ਉਹ ਨਾਮ ਦਾ ਦਾਰੂ ਦਿੰਦੇ ਨੇ। ਬਸ ਨਾਮ ਨੂੰ ਇੱਕ ਚੇਤੇ ਕਰ, ਕਾਜ ਤੇਰਾ ਆਵੇ, ਉਹ ਤੇਰੇ ਕੰਮ ਆਵੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਸੁਣ ਕੇ ਜਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ। ਨਾਮ ਦੀ ਆਵਾਜ਼ ਨੂੰ ਸੁਣ ਕੇ ਜਮਦੂਤ ਵੀ ਛੱਡ ਕੇ ਚਲੇ ਜਾਂਦੇ ਨੇ। ਬਸ ਇੱਕ ਨਾਮ ਨੂੰ ਚੇਤੇ ਕਰ, ਇਹ ਤੇਰੇ ਕੰਮ ਆਉਣ ਵਾਲਾ ਹੈ। ਹਰ ਹਾਂ ਬਿਨ ਨਾਵੈ ਤਨ ਸ਼ਾਰ ਬ੍ਰਿਥਾ ਸਭ ਜਾਵਈ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਹਾਂ ਹੈ ਭਾਈ, ਬਿਨਾ ਨਾਮ ਤੋਂ ਤਨ ਸ਼ਾਰ, ਤੇਰਾ ਤਨ ਸਰੀਰ ਸ਼ਾਰ ਮਿੱਟੀ ਹੋ ਜਾਵੇਗਾ, ਖਾਕ ਦੀ ਢੇਰੀ ਬਣ ਜਾਵੇਗਾ, ਬਿਰਥਾ ਸਭ ਜਾਵੇ। ਅਤੇ ਜਿਹੜਾ ਤੇਰਾ ਜੀਵਨ ਕਾਲ ਹੈ ਉਹ ਸਾਰਾ ਵਿਅਰਥ ਚਲਿਆ ਜਾਵੇਗਾ। ਜੇ ਨਾਮ ਨਹੀਂ ਨਾ ਜਪਿਆ ਅਤੇ ਫਿਰ ਸਾਡਾ ਸਰੀਰ ਵੀ ਖਾਕ ਦੀ ਢੇਰੀ ਬਣ ਜਾਵੇਗਾ, ਮਿੱਟੀ ਵਿੱਚ ਮਿਲ ਜਾਵੇਗਾ, ਅਤੇ ਸਾਡਾ ਜੀਵਨ ਕਾਲ ਵੀ ਸਾਰਾ ਵਿਅਰਥ ਚਲਿਆ ਜਾਵੇਗਾ। ਔਖਦ ਨਾਮ ਅਪਾਰ ਅਮੋਲਕ ਪੀਜਈ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਹਰਹਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਇਸ ਮੌਤ ਦਾ, ਇਸ ਬਿਮਾਰੀ ਦਾ ਕੋਈ ਇਲਾਜ ਹੈ ਵੀ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ ਹੈ। ਔਖਦ ਨਾਮ ਅਪਾਰ ਅਮੋਲਕ ਪੀਜੀ। ਵਾਹਿਗੁਰੂ ਦਾ ਨਾਮ ਅਪਾਰ, ਵਾਹਿਗੁਰੂ ਦਾ ਨਾਮ ਹੈ। ਔਖਦ ਨਾਮ ਅਪਾਰ, ਉਸ ਵਾਹਿਗੁਰੂ ਦਾ ਨਾਮ ਬੜੀ ਅਮੋਲਕ ਬੇਸ਼ਕੀਮਤੀ ਔਸ਼ਧੀ ਹੈ, ਸ਼ਰਤੀਆ ਇਲਾਜ ਹੈ। ਪੀਜੇ ਹੀ ਇਹਨੂੰ ਪਾਈ ਪੀਓ। ਨਾਮ ਇੱਕ ਅੰਮ੍ਰਿਤ ਰਸ ਹੈ ਨਾ। ਵਿਖੈ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਥ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਤੁਸੀਂ ਨਾਮ ਇੱਕ ਐਸੀ ਅਮੋਲਕ ਔਸ਼ਧੀ ਹੈ, ਇੱਕ ਸ਼ਰਤੀਆ ਦਵਾਈ ਹੈ, ਇਹਨੂੰ ਸੰਜੀਵਨੀ ਬੂਟੀ ਸਮਝ ਲਵੋ। ਅੰਮ੍ਰਿਤ ਨਾਮ ਅਪਾਰ ਅਮੋਲਕ ਪੀਜੀ। ਵਾਹਿਗੁਰੂ ਦਾ ਨਾਮ ਅਮੋਲਕ ਔਸ਼ਧੀ ਹੈ, ਇਹਨੂੰ ਪਾਈਏ ਪੀਣ ਵਾਲੀ ਦਵਾਈ, ਇਹਨੂੰ ਪੀਓ, ਨਾਮ ਦਾ ਰਸ ਮਾਣੋ। ਮਿਲ ਮਿਲ ਖਾਵਹਿ ਸੰਤ ਸਗਲ ਕੋ ਦੀਜਈ। ਲਓ ਜਿਹੜੇ ਸੰਤ ਨੇ, ਸੰਤ ਉਹ ਵੀ ਵੈਦ ਨੇ, ਸੰਤ ਵੀ ਡਾਕਟਰ ਨੇ, ਵੀ ਉਹ ਵੀ ਮਿਲ ਮਿਲ ਕੇ ਇਸ ਨਾਮ ਦੀ ਦਵਾਈ ਨੂੰ ਛਕਦੇ ਨੇ। ਭਾਵ ਜਿਹੜੇ ਸੰਤ ਮਹਾਂਪੁਰਖ ਨੇ ਉਹ ਹਰ ਵੇਲੇ ਵਾਹਿਗੁਰੂ 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 ਨਾਮ ਜਪਦੇ ਨੇ, ਇਹ ਨਾਮ ਦੀ ਦਵਾਈ ਨੂੰ ਛਕਦੇ ਨੇ। ਅਤੇ ਸਗਲ ਕਉ ਦੀਜੀ, ਫਿਰ ਸਾਰਿਆਂ ਨੂੰ ਦਿੰਦੇ ਵੀ ਨੇ, ਸਾਰਿਆਂ ਨੂੰ ਵੰਡਦੇ ਵੀ ਨੇ। ਭਾਈ ਆਓ ਤੁਸੀਂ ਵੀ ਨਾਮ ਲਓ, ਤੁਸੀਂ ਵੀ ਅੰਮ੍ਰਿਤ ਛਕੋ, ਤੁਸੀਂ ਵੀ ਗੁਰਮਤਿ ਨਾਮ ਦੀ ਦਾਤ ਪ੍ਰਾਪਤ ਕਰੋ, ਤੁਸੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰੋ। ਇਉਂ ਮਹਾਂਪੁਰਖ ਆਪ ਵੀ ਨਾਮ ਦੀ ਔਸ਼ਧੀ ਨੂੰ ਛਕਦੇ ਨੇ ਅਤੇ ਨਾਲ ਦੂਜਿਆਂ ਨੂੰ ਵੀ ਵਰਤਾਉਂਦੇ ਹਨ। ਜਿਸੈ ਪ੍ਰਾਪਤ ਹੋਏ
ਤਿਸੈ ਹੀ ਪਾਵਣੇ। ਲਓ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜੀ ਨਾਮ ਦੀ ਔਸ਼ਧੀ ਹੈ, ਜਿਸੈ ਪ੍ਰਾਪਤ ਹੋਏ, ਜਿਸ ਨੂੰ ਰੱਬ ਦੀ ਰਹਿਮਤ ਪ੍ਰਾਪਤ ਹੋ ਜਾਵੇ, ਤਿਸੈ ਹੀ ਪਾਵਣੇ, ਉਸੇ ਨੂੰ ਇਹ ਪ੍ਰਾਪਤ ਹੁੰਦੀ ਹੈ। ਹਰ ਹਾਂ ਹਉ ਬਲਿਹਾਰੀ ਤਿੰਨ, ਜੇ ਹਰ ਰੰਗ ਰਾਵਣੇ। ਰੰਗ ਰਾਵਣੇ ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਹਾਂ ਹੈ ਸਖੀ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਕਿੰਨਾ ਤੋਂ? ਜੇ ਹਰ ਰੰਗ ਰਾਵਣੇ, ਜਿਹੜੇ ਵਾਹਿਗੁਰੂ ਦੇ ਨਾਮ ਦੇ ਰੰਗ ਆਨੰਦ ਨੂੰ ਮਾਣਦੇ ਨੇ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਹਾਂ ਕੁਰਬਾਨੈ ਜਾਓ ਮਿਹਰਬਾਨਾ, ਹਾਂ ਕੁਰਬਾਨੈ ਜਾਓ, ਹਾਂ ਕੁਰਬਾਨੈ ਜਾਉ ਤਿਨਾ ਕੈ, ਲੈਣ ਜੋ ਤੇਰਾ ਨਾਮ। ਜਿਹੜੇ ਵਾਹਿਗੁਰੂ ਦੇ ਨਾਮ ਦੇ ਰੰਗ ਨੂੰ ਮਾਣਦੇ ਨੇ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਵੈਦਾ ਸੰਦਾ ਸੰਗ ਇਕੱਠਾ ਹੋਇਆ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਜਦੋਂ ਪਰਮੇਸ਼ਰ ਦੀ ਨਿਗਾਹ ਸਿੱਧੀ ਹੋਵੇ ਨਾ, ਫੇਰ ਇਲਾਜ ਵੀ ਸਫਲ ਹੁੰਦੇ ਨੇ। ਹੁਣ ਜਦੋਂ ਆਦਮੀ ਕੋਈ ਬਹੁਤਾ ਸੀਰੀਅਸ ਹੋ ਜਾਂਦਾ ਹੈ, ਕਿਸੇ ਨੂੰ ਅਟੈਕ ਹੋ ਜਾਂਦਾ ਹੈ, ਮਰਨ ਪ੍ਰਣਾਉ ਹੋ ਜਾਂਦਾ ਹੈ, ਅਤੇ ਫਿਰ ਉਹਨੂੰ ਹੌਸਪੀਟਲ ਵਿੱਚ ਲਿਜਾਇਆ ਜਾਂਦਾ। ਹੌਸਪੀਟਲ ਵਿੱਚ ਕੀ ਹੁੰਦਾ, ਜਦੋਂ ਕੋਈ ਵੱਡਾ ਆਦਮੀ ਉੱਥੇ ਪਹੁੰਚਦਾ ਹੈ, ਵੈਦਾ ਸੰਦਾ ਸੰਗ ਇਕੱਠਾ ਹੋਇਆ, ਫਿਰ ਜਿਹੜੇ ਸਿਆਣੇ ਡਾਕਟਰ ਨੇ, ਸਿਵਲ ਸਰਜਨ, ਉਹ ਇਕੱਠੇ ਹੋ ਕੇ ਉਹਦੇ ਉੱਤੇ ਵਿਚਾਰ ਕਰਦੇ ਨੇ ਵੀ ਹੁਣ ਇਹਦਾ ਇਲਾਜ ਕਿਸ ਤਰ੍ਹਾਂ ਹੋ ਸਕਦਾ। ਹਾਜ਼ੂਰ ਕਹਿੰਦੇ ਨੇ ਜਦੋਂ ਕੋਈ ਆਦਮੀ ਬਿਮਾਰ ਹੁੰਦਾ ਹੈ, ਉਹਨੂੰ ਡਾਕਟਰਾਂ ਕੋਲ ਲਿਜਾਇਆ ਜਾਂਦਾ ਹੈ, ਅਤੇ ਬਹੁਤੇ ਡਾਕਟਰਾਂ ਦਾ ਸੰਗ, ਉਹਨਾਂ ਦਾ ਜਥਾ, ਉਹਨਾਂ ਦਾ ਕਾਫਲਾ, ਉਹਨਾਂ ਦੀ ਟੀਮ ਇਕੱਠਾ ਹੋਇਆ ਜੁੜ ਜਾਂਦੀ ਹੈ। ਭਾਵ ਜਦੋਂ ਕੋਈ ਆਦਮੀ ਬਹੁਤਾ ਬਿਮਾਰ ਹੁੰਦਾ ਹੈ ਅਤੇ ਕੋਈ ਖਾਸ ਆਦਮੀ ਹੁੰਦਾ ਹੈ, ਉਹਦੇ ਇਲਾਜ ਲਈ ਬਹੁਤੇ ਡਾਕਟਰਾਂ ਦੀ ਟੀਮ ਜੁੜ ਕੇ ਉਹਦਾ ਇਲਾਜ ਕਰਦੀ ਹੈ। ਔਖਦ ਆਏ ਰਾਸ ਵਿੱਚ ਆਪ ਖਲੋਇਆ। ਜਿਹੜੀ ਅਸਲੀ ਸਿਧਾਂਤ ਦੀ ਗੱਲ ਹੈ, ਉਹ ਸਤਿਗੁਰੂ ਇਹ ਸਮਝਾਉਂਦੇ ਨੇ ਬਈ ਠੀਕ ਹੈ, ਡਾਕਟਰ ਚਾਹੇ ਕੋਈ ਵੱਡੇ ਨੇ ਚਾਹੇ ਛੋਟੇ ਨੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਵਿੱਚ ਆਪ ਖਲੋਇਆ, ਜਦੋਂ ਵਾਹਿਗੁਰੂ ਵੈਦਾਂ ਦਾ ਵੈਦ ਜਦੋਂ ਆਪ ਵਿੱਚ ਆ ਕੇ ਖਲੋ ਜਾਂਦਾ ਹੈ ਨਾ, ਔਖਦ ਆਏ ਰਾਸ, ਫਿਰ ਡਾਕਟਰਾਂ ਵੱਲੋਂ ਜਿਹੜੀਆਂ ਦਵਾਈਆਂ ਬੂਟੀਆਂ ਦੇ ਨਾਲ ਇਲਾਜ ਕੀਤੇ ਜਾਂਦੇ ਨੇ, ਰਾਸ, ਉਹ ਰਾਸ ਆ ਜਾਂਦੇ ਨੇ, ਸਫਲ ਹੋ ਜਾਂਦੇ ਨੇ ਅਤੇ ਕਾਮਯਾਬ ਹੋ ਜਾਂਦੇ ਨੇ, ਅਤੇ ਫਿਰ ਉਸ ਬਿਮਾਰ ਆਦਮੀ ਨੂੰ ਆਰਾਮ ਪ੍ਰਾਪਤ ਹੋ ਜਾਂਦਾ। ਇਹਦਾ ਮਤਲਬ ਇਹ ਹੈ ਡਾਕਟਰਾਂ ਦੇ ਹੱਥ ਵੱਸ ਵੀ ਕੁਝ ਨਹੀਂ ਹੁੰਦਾ। ਹੁਣ ਜਿਹੜੇ ਵੱਡੇ ਵੱਡੇ ਡਾਕਟਰ ਨੇ, ਉਹ ਵੀ ਜਦੋਂ ਕਿਸੇ ਦਾ ਆਪਰੇਸ਼ਨ ਕਰਦੇ ਨੇ ਜਾਂ ਇਲਾਜ ਕਰਦੇ ਨੇ, ਅਤੇ ਜਿਹੜੇ ਭਾਵਨਾ ਵਾਲੇ ਨੇ, ਆਸਤਕ ਭਾਵਨਾ ਵਾਲੇ ਡਾਕਟਰ ਨੇ, ਉਹ ਵੀ ਕਹਿੰਦੇ ਅਸੀਂ ਕੀ ਚੀਜ਼ ਹਾਂ, ਅਸੀਂ ਕੁਝ ਨਹੀਂ ਕਰ ਸਕਦੇ, ਪਰਮੇਸ਼ਰ ਹੀ ਕਰਦਾ ਹੈ, ਰੱਬ ਹੀ ਕਰਦਾ ਹੈ। ਉਹ ਵੀ ਰੱਬ 'ਤੇ ਟੇਕ ਰੱਖਦੇ ਨੇ। ਇਸੇ ਲਈ ਹਾਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਵਿੱਚ ਆਪ ਖਲੋ ਜਾਂਦਾ ਹੈ ਨਾ, ਫਿਰ ਉਹਨਾਂ ਦੇ ਕੀਤੇ ਦਵਾ ਦਾਰੂ ਇਲਾਜ ਸਾਰੇ ਸਫਲ ਹੋ ਜਾਂਦੇ ਹਨ। ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰਿਆ। ਲੋ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਜੋ ਜੋ ਉਹਨਾਂ ਡਾਕਟਰਾਂ ਨੇ, ਕਰਮ ਦਾ ਅਰਥ ਹੈ ਕੋਈ ਉਪਰਾਲਾ ਕੀਤਾ, ਸੋ ਕਰਮ ਹੋਏ ਪਸਰਿਆ, ਅਤੇ ਉਹ ਫਲੀਭੂਤ ਹੋ ਕੇ ਸੋਹਣੇ ਢੰਗ ਦੇ ਨਾਲ ਅੱਗੇ ਸਾਕਾਰ ਹੋਇਆ। ਜੋ ਜੋ ਉਹਨਾਂ ਨੇ ਸਾਧਾਰਨ ਇਲਾਜ ਵੀ ਕੀਤਾ ਹੈ ਨਾ, ਕੋਈ ਦਵਾਈ ਬੂਟੀ ਦੇ ਨਾਲ ਕੋਈ ਉਸ ਮਰੀਜ਼ ਨੂੰ ਸੰਭਾਲਣ ਦਾ, ਬਚਾਉਣ ਦਾ ਯਤਨ ਕੀਤਾ ਹੈ, ਸੋ ਕਰਮ ਦਾ ਅਰਥ ਹੈ ਸੋਹਣੇ ਕਰਮ ਦੇ ਰੂਪ ਦੇ ਵਿੱਚ, ਸੋਹਣੇ ਸਾਕਾਰ ਰੂਪ ਦੇ ਵਿੱਚ ਉਹ ਅੱਗੇ ਪਸਰਿਆ ਦਾ ਅਰਥ ਰੂਪਮਾਨ ਹੋਇਆ। ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ। ਹਰ ਹਾਂ ਹੈ ਸਖੀ ਹੈ ਭਾਈ, ਫਿਰ ਉਹਨਾਂ ਡਾਕਟਰਾਂ ਨੇ ਜੋ ਉਪਰਾਲਾ ਕੀਤਾ, ਜੋ ਇਲਾਜ ਕੀਤਾ, ਉਹ ਸ੍ਰੇਸ਼ਟ ਕਰਮ ਹੋ ਕੇ, ਭਾਵ ਵਾਹਿਗੁਰੂ ਦੀ ਰਹਿਮਤ ਹੋ ਕੇ, ਗਨੀਮਤ ਹੋ ਕੇ, ਬਖਸ਼ਿਸ਼ ਹੋ ਕੇ ਉਹ ਅੱਗੇ ਫਲੀਭੂਤ ਹੋਇਆ। ਅਤੇ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਦੁੱਖ ਰੋਗ ਸਭ ਪਾਪ, ਦੁੱਖ ਰੋਗ ਅਤੇ ਸਾਰਾ ਪਾਪ ਤਨ 'ਤੇ ਖਿਸਰਿਆ, ਉਹ ਤਨ ਤੋਂ ਖਿਸਰਿਆ ਦੂਰ ਹੋ ਗਿਆ। ਪਾਪ ਮਨ ਦੇ ਵਿੱਚ ਹੁੰਦੇ ਨੇ, ਰੋਗ ਤਨ ਦੇ ਵਿੱਚ ਪੈਦਾ ਹੁੰਦੇ ਨੇ, ਅਤੇ ਦੁੱਖ ਇਹ ਵੀ ਸਾਡੇ ਮਨ ਨੂੰ ਅਤੇ ਸਰੀਰ ਨੂੰ ਮੁਤਾਸਰ ਕਰਦੇ।
ਪਾਪਾਂ ਦੇ ਕਾਰਨ ਰੋਗਾਂ ਦੇ ਨਾਲ ਦੁੱਖ ਪ੍ਰਾਪਤ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਂਦੇ ਹਾਂ ਅਤੇ ਮਹਾਂਪੁਰਖ ਫਿਰ ਉਹ ਸਾਨੂੰ ਜਿਹੋ ਜਿਹਾ ਅਧਿਕਾਰ ਹੁੰਦਾ, ਜਿਹੋ ਜਿਹੀ ਬਿਮਾਰੀ ਹੁੰਦੀ ਉਹੋ ਜਿਹਾ ਇਲਾਜ ਦੱਸਦੇ ਨੇ। ਜੇ ਕੋਈ ਹਾਲੇ ਨਵਾਂ ਜਗਿਆਸੂ ਜਾਂਦਾ ਉਹਨੂੰ ਕਹਿੰਦੇ ਭਾਈ ਤੂੰ ਸੇਵਾ ਕਰ, ਦੂਜੇ ਨੂੰ ਕਹਿੰਦੇ ਭਾਈ ਤੂੰ ਹੁਣ ਬਾਣੀ ਪੜ੍ਹਿਆ ਕਰ, ਤੀਜੇ ਨੂੰ ਕਹਿੰਦੇ ਭਾਈ ਤੂੰ ਹੁਣ ਸਿਮਰਨ ਕਰਿਆ ਕਰ। ਉਹ ਅੱਡ ਅੱਡ ਤਰ੍ਹਾਂ ਦੇ ਨਾਲ ਉਹਨਾਂ ਨੂੰ ਇਲਾਜ ਦੱਸਦੇ ਨੇ, ਪਰ ਉਹਨਾਂ ਦੇ ਕੀਤੇ ਇਲਾਜ ਸਫਲ ਤਾਂ ਹੀ ਹੁੰਦੇ ਨੇ ਜੇ ਵਾਹਿਗੁਰੂ ਵਿੱਚ ਆਪ ਖਲੋਤਾ ਹੋਵੇ। ਮਹਾਂਪੁਰਖ ਉਪਦੇਸ਼ ਦਿੰਦੇ ਨੇ ਅਤੇ ਜਿਹੜਾ ਉਹਨਾਂ ਨੂੰ ਮੰਨ ਲਵੇ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਕਈ ਡਾਕਟਰਾਂ ਕੋਲ ਚਲੇ ਜਾਂਦੇ ਨੇ, ਦਵਾਈ ਵੀ ਲੈ ਆਉਂਦੇ ਨੇ, ਪਰ ਉਹਨੂੰ ਵਰਤਦੇ ਨਹੀਂ, ਅਤੇ ਜੇ ਵਰਤਦੇ ਵੀ ਨੇ ਅਤੇ ਪਰਹੇਜ਼ ਨਹੀਂ ਰੱਖਦੇ, ਫਿਰ ਵੀ ਆਰਾਮ ਨਹੀਂ ਆਉਂਦਾ। ਇਸੇ ਲਈ ਜੋ ਡਾਕਟਰ ਕਹਿੰਦਾ ਉਹਦੀ ਗੱਲ ਮੰਨਣੀ ਚਾਹੀਦੀ ਹੈ। ਦਵਾਈ ਦੀ ਸਹੀ ਵਰਤੋਂ ਕੀਤੀ ਜਾਵੇ ਅਤੇ ਪਰਹੇਜ਼ ਵੀ ਰੱਖਿਆ ਜਾਵੇ, ਫਿਰ ਹੀ ਆਰਾਮ ਆਉਂਦਾ ਹੈ। ਇਸੇ ਲਈ ਕਹਿੰਦੇ ਜਦੋਂ ਮਹਾਂਪੁਰਖ ਵੀ ਸਾਨੂੰ ਉਪਦੇਸ਼ ਦਿੰਦੇ ਨੇ ਨਾਮ ਦੀ ਦਵਾਈ ਖਵਾਉਣ ਲਈ, ਸਾਨੂੰ ਕਹਿੰਦੇ ਨੇ ਭਾਈ ਆਹ 5 ਕਕਾਰਾਂ ਦੀ ਰਹਿਤ ਰੱਖਣੀ ਹੈ, ਆਹ ਜਿਹੜੀਆਂ ਕੁਰੈਤਾਂ ਨੇ ਇਹਨਾਂ ਤੋਂ ਬਚ ਕੇ ਰਹਿਣਾ, ਪਰਹੇਜ਼ ਹੈ, ਇਹ ਵੀ ਨਾਲ ਸਾਨੂੰ ਰੱਖਣਾ ਚਾਹੀਦਾ। ਅਤੇ ਜੇ ਅਸੀਂ ਮਹਾਂਪੁਰਖਾਂ ਦੇ ਦੱਸੇ ਮੁਤਾਬਕ ਗੁਰੂ ਦੀ ਦੱਸੀ ਮਰਜ਼ਾਦਾ ਦੇ ਅਨੁਸਾਰ ਅਸੀਂ ਅੰਮ੍ਰਿਤ ਛਕ ਕੇ ਬਾਣੀ ਦੀ ਰਹਿਤ ਵਿੱਚ ਪਰਪੱਕ ਹੋ ਕੇ ਸਿਮਰਨ ਕਰਦੇ ਹਾਂ, ਭਗਤੀ ਕਰਦੇ ਹਾਂ, ਬੰਦਗੀ ਕਰਦੇ ਹਾਂ, ਨਾਮ ਜਪਦੇ ਹਾਂ, ਫਿਰ ਇਹਦੇ ਨਾਲ ਪਾਪ ਮੂਲ ਕਾਰਨ ਨੇ ਰੋਗਾਂ ਸੋਗਾਂ ਦਾ। ਅਤੇ ਉਹਦਾ ਜਿਹੜਾ ਅੱਗੇ ਦੂਸਰਾ ਰੂਪ ਹੈ ਰੋਗ। ਪਾਪਾਂ ਤੋਂ ਰੋਗ ਪੈਦਾ ਹੁੰਦੇ ਨੇ, ਰੋਗ ਤੋਂ ਅੱਗੇ ਦੁੱਖ ਪੈਦਾ ਹੁੰਦੇ ਨੇ। ਹੇ ਸਖੀ, ਹੇ ਪਾਈ, ਫਿਰ ਦੁੱਖ ਵੀ ਅਤੇ ਰੋਗ ਵੀ ਅਤੇ ਪਾਪ ਵੀ ਸਾਰੇ ਉਹਦੇ ਤਨ ਤੋਂ ਖਿਸਕ ਜਾਂਦੇ ਨੇ, ਹਰਨ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ, ਅਤੇ ਸਾਰੇ ਉੱਥੋਂ ਆਲੋਪ ਹੋ ਜਾਂਦੇ ਨੇ ਜਿਨ੍ਹਾਂ 'ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਇਹ ਹੈ ਫੁਨਹ ਬਾਣੀ ਦੀ ਕਥਾ ਵਿਚਾਰ ਜੋ ਸੰਗਤਾਂ ਨੇ ਬੜੇ ਪ੍ਰੇਮ ਅਤੇ ਭਾਵਨਾ ਦੇ ਨਾਲ ਸਰਵਣ ਕੀਤੀ ਹੈ। ਬੋਲਾਇਆ ਬੋਲੀ ਤੀਰਾ ਪ੍ਰਭ ਸਾਹਿਬ ਗੁਣੀ ਗਹੀਰਾ, ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ। ਜੋ ਜੋ ਉਹ ਨਾ ਕਰਮ, ਸੋ ਕਰਮ ਹੋਏ ਪਸਰਿਆ। ਹਰਹਾਂ ਦੁਖ ਰੋਗ ਸਭ ਪਾਪ, ਤਨ ਤੇ ਖਿਸਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।